ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ। ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਕਿਰਪਾਲ ਸਤਿਗੁਰ ਪਰਮ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ 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 ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਬ ਸ਼੍ਰੀ ਸਤਿਗੁਰ ਅਮਰ ਕੀ ਕਥਾ ਕਹੋ ਰੁਚ ਠਾਨ। ਸ਼ਰੋਤਾ ਸੁਨੋ ਪ੍ਰਸੰਨ ਵੈ ਦਿਓ ਸਿੱਖੀ ਮੁਝ ਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मान योग सत्कार योग गुरु की साजी और नवाजी हुई। गुरु खालसा साध संगत जीओ वड्डियां भागां वाले हो। संध्या वेले दे सजे दीवाना च जगत गुरु श्री गुरु ग्रंथ साहिब जी महाराज जी दी पाक पवित्र हजूरी च हाजरी करके अपने जीवन दीयां घड़ियां गुरु पातशाह दे लेखे ला के सफला कर रहे। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਗੁਰਦੇਵ ਜੀ ਦਾ ਅੱਜ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੁਰਿਆਈ ਦਿੱਤੀ। ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ। ਜੋ ਤੋਹਾ ਜੁਗਤ ਸਾਏ ਸਹਕਾਇਆ ਫੇਰ ਪਲਟੀਐ। ਝੂਲੈ ਸੋ ਛਤ ਨਿਰੰਜਨੀ ਮਾਲ ਤਖਤ ਬੈਠਾ ਗੁਰ ਹੱਟੀ। ਲੈਣੇ ਦੀ ਫਿਰਾਈਐ ਨਾਨਕਾ ਦੋਹੀ ਖੱਟੀਐ। ਜੋ ਤੋਹਾ ਜੁਗਤ ਸਾਏ ਸਹਕਾਇਆ ਫੇਰ ਪਲਟੀਐ। ਝੂਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ। ਕਰਹਿ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਛੱਟੀਐ। ऐसे दीन दयाल सतगुरु गुरु अंगद देव साहब गुरगद्दी दे रथ ते सवार हो के
ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆ ਕੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੇ। ਜਿਉ ਅਦਪਤ ਇੱਕ ਪੋਸ਼ਿਸ਼ ਤਜ ਕੈ ਬੈਠੈ ਸਭਾ ਦੁਤੀ ਤਨ ਸਜ ਕੈ। ਕਹਿੰਦੇ ਜਿਵੇਂ ਕੋਈ ਚੱਕਰਵਰਤੀ ਰਾਜਾ ਬਾਦਸ਼ਾਹ ਆਪਣੇ ਸਰੀਰ ਤੇ ਪੁਸ਼ਾਕ ਤਿਆਗ ਕੇ ਦੂਜੀ ਪੁਸ਼ਾਕ ਪਹਿਨ ਕੇ ਤਖਤ ਤੇ ਆਣ ਕੇ ਬੈਠਦਾ ਹੈ, ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅੰਗਦ ਰੂਪ ਹੋ ਕੇ ਪ੍ਰਕਾਸ਼ਣ ਲੱਗੇ। ਕਵੀ ਜੀ ਲਿਖਦੇ ਆ ਵਿੱਚ ਕਰਤਾਰਪੁਰੇ ਜਗਰਾਈ ਗੁਰ ਅੰਗਦ ਕੋ ਦੀਨ ਬੜਾਈ ਆਪਨ ਕੀਨ ਸਚਖੰਡ ਪਿਆਨਾ ਜੋਤ ਰੂਪ ਬਿਬ ਤਨ ਪਲਟਾਨਾ। ਕੇਵਲ ਦੂਸਰਾ ਸਰੀਰ ਪਲਟਿਆ, ਜੋਤ ਤੇ ਰੂਪ ਉਹੀ ਹੈ। ਤਦੇ ਭਾਈ ਸੱਤਾ ਤੇ ਬਲਵੰਡ ਜੀ ਨੇ ਵੀ ਇਹ ਬਚਨ ਕਹੇ ਨੇ, ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਆ। ਕੇਵਲ ਕਾਇਆ ਪਲਟੀ ਹੈ। ਔਰ ਗੁਰੂ ਅੰਗਦ ਦੇਵ ਸਾਹਿਬ ਕੈਸੇ ਨੇ, ਜੋ ਤਿਨਾਂ ਦੇ ਗੁਰੂ ਜੀ ਕਹਿੰਦੇ ਆ ਉਹ ਕਰਦੇ ਹਨ। ਕਰਹਿ ਜੇ ਗੁਰ ਫਰਮਾਇਆ, ਜੋ ਗੁਰੂ ਸਾਹਿਬ ਨੇ ਕਿਹਾ ਉਹ ਕਰਦੇ ਹਨ। ਇਹ ਅਲੂਣੀ ਸਿਲ ਚੱਟਣ ਦੇ ਤੁਲ ਹੈ। ਗੁਰੂ ਸਾਹਿਬ ਜੀ ਦੇ ਕਹੇ ਦੇ ਮੁਤਾਬਕ ਚੱਲਣਾ, ਗੁਰੂ ਆਗਿਆ 'ਚ ਚੱਲਣਾ। ਅਲੂਣੀ ਸਿਲ ਚੱਟਣ ਵਾਸਤੇ ਕਿਸੇ ਦਾ ਪਹਿਲੋਂ ਚਿੱਤ ਨਹੀਂ ਕਰਦਾ, ਪਰ ਜਿਵੇਂ ਜਿਵੇਂ ਕੋਈ ਇਸ ਵਿੱਚ ਤਤਪਰ ਹੁੰਦਾ ਹੈ ਤਾਂ ਉਸ ਦਾ ਜੀਵਨ ਆਤਮ ਰਸ ਨਾਲ, ਆਤਮ ਆਨੰਦ ਨਾਲ ਭਰ ਜਾਂਦਾ ਹੈ। ਧਰਮ ਦਾ ਮਾਰਗ ਐਸਾ ਹੈ, ਪ੍ਰਾਰੰਭ ਦੇ ਵਿੱਚ ਜਿਵੇਂ ਵੀ ਕੋਈ ਚੱਲਦਾ ਹੈ ਉਹਨੂੰ ਪਹਿਲਾਂ ਅਲੂਣੀ ਸਿਲ ਚੱਟਣ ਦੇ ਤੁਲ ਹੀ ਸਾਧਨਾ ਕਰਨੀ ਪੈਂਦੀ ਹੈ। ਪਰ ਜਿਵੇਂ ਜਿਵੇਂ ਸ਼ਬਦ ਦੀ ਕਮਾਈ ਕਰਦਿਆਂ ਕੋਈ ਗਹਿਰਾ ਉਤਰਦਾ ਚਲਿਆ ਜਾਂਦਾ ਹੈ, ਫਿਰ ਉਹਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਗੁਰਿਆਈ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਸਤਿ ਸ੍ਰੀ ਅਕਾਲ। ਉੱਥੇ ਅੱਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਪ੍ਰਾਰੰਭ ਹੋ ਰਹੀ ਹੈ, ਇਹਦੀਆਂ ਵੀ ਵਧਾਈਆਂ ਹਨ। ਸਤਿ ਸ੍ਰੀ ਅਕਾਲ। ਆਓ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਨਮਿਤ ਸਾਰੇ ਸਮਾਗਮ ਕਰਕੇ ਖਡੂਰ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਆ ਗਏ ਹਨ। ਸਰਵਣ ਕਰੀਏ ਬਾਬਾ ਤੇਜਭਾਨ ਜੀ ਦੇ ਸਪੁੱਤਰ, ਬਾਬਾ ਮੋਹਨ ਜੀ ਦੇ ਪਿਤਾ, ਨਿਮਾਣਿਆਂ ਦੇ ਮਾਣ ਸਤਿਗੁਰੂ, ਭੱਲਿਆਂ ਦੀ ਕੁੱਲ ਦੇ ਭੂਸ਼ਣ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬ ਸ਼੍ਰੀ ਸਤਿਗੁਰ ਅਮਰ ਕੀ ਕਥਾ ਕਹੋ ਰੁਚ ਠਾਨ। ਮਹਾਕਵੀ ਜੀ ਫਰਮਾਉਂਦੇ ਹਨ ਕਿ ਹੁਣ ਮੈਂ ਸਤਿਗੁਰੂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਕਥਾ ਪ੍ਰੇਮ ਸਹਿਤ ਪ੍ਰੀਤ ਸਹਿਤ ਵਰਣਨ ਕਰਦਾ ਹਾਂ, ਸੁਣਾਉਂਦਾ ਹਾਂ। ਸ਼ਰੋਤਾ ਸੁਨੋ ਪ੍ਰਸੰਨ ਹੋਵੇ ਦਿਓ ਸਿੱਖੀ ਮੁਝ ਦਾਨ। ਇਹ ਗੁਰੂ ਕੀ ਕਥਾ ਸੁਣਨ ਵਾਲੇ ਸਰੋਤਾ ਜਨੋ, ਆਪ ਜੀ ਇਸ ਕਥਾ ਨੂੰ ਸੁਣੋ ਔਰ ਮੇਰੇ ਤੇ ਪ੍ਰਸੰਨ ਹੋ ਕੇ ਮੈਨੂੰ ਸਿੱਖੀ ਦਾ ਦਾਨ ਬਖਸ਼ੋ। ਕਿਉਂਕਿ ਸੰਗਤ ਵਿੱਚ ਪਰਮੇਸ਼ਰ ਵਸਦਾ ਹੈ। ਸੰਗਤ ਵਰ ਦੇ ਦੇਵੇ, ਅਸੀਸ ਦੇ ਦੇਵੇ ਤਾਂ ਸੰਗਤ ਦੀ ਅਸੀਸ ਨਾਲ ਗੁਰ ਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਹੈ। ਪਾਦੜੀ ਚੰਦ ਮੈਂ ਸੁਣੀ ਜਿਤਕ ਸਿੱਖ ਮੁਖ ਦੁਆਰ। ਮਹਾਕਵੀ ਜੀ ਕਹਿੰਦੇ ਮੈਂ ਉਹ ਕਥਾ ਗੁਰੂ ਸਾਹਿਬ ਜੀ ਦੀ ਸਰਵਣ ਕਰਾਉਂਦਾ ਹਾਂ। ਭਾਈ ਰਾਮ ਕੋਇਰ ਸਾਹਿਬ ਜੀ ਦੇ ਮੁਖੋਂ ਇਹ ਕਥਾ ਉਚਰੀ ਜਾ ਰਹੀ ਹੈ। ਕਹਿੰਦੇ ਜਿਵੇਂ ਮੈਂ ਗੁਰੂ ਕੇ ਸਿੱਖਾਂ ਤੋਂ ਕਥਾ ਸੁਣੀ ਹੈ। ਗੁਰਸਿੱਖਾਂ ਦੇ ਸੀਨੇ ਬਸੀਨੇ ਇਤਿਹਾਸ ਚੱਲਦਾ ਆਇਆ। ਖਾਲਸਾ ਜੀ ਕੁਝ ਇਤਿਹਾਸ ਕਿਤਾਬਾਂ ਵਿੱਚ ਲਿਖਿਆ ਮਿਲੇਗਾ, ਇਤਿਹਾਸਕ ਪੁਸਤਕਾਂ 'ਚ ਮਿਲੇਗਾ। ਕੁਝ ਸੀਨੇ ਬਸੀਨੇ ਜਿਵੇਂ ਪਿੱਛੋਂ ਚੱਲਦਾ ਆਵੇ ਤਿਵੇਂ ਪ੍ਰਾਪਤ ਹੁੰਦਾ ਹੈ। ਤੋ ਮਹਾਰਾਜ ਜੀ ਭਾਈ ਸਾਹਿਬ ਕਹਿੰਦੇ
ਗੁਰੂ ਸਾਹਿਬ ਜੀ ਦੀ ਕਥਾ ਜਿਵੇਂ ਮੈਂ ਸਿੱਖਾਂ ਦੇ ਕੋਲੋਂ ਸੁਣੀ ਐ, ਅਰ ਲਿਖੀ ਪਠੀ ਜੈ ਕੈ ਉਦਾਰ, ਜਾਂ ਫਿਰ ਜਿੱਥੇ ਕਿਤੇ ਲਿਖੀ ਮਿਲੀ, ਸੋ ਸਾਖੀ ਵਿੱਚ ਜਿੱਥੋਂ ਵੀ ਮਿਲੀ, ਜਿਹੜੀ ਪੁਸਤਕ ਵਿੱਚੋਂ ਮਿਲੀ ਉਥੋਂ ਪੜ੍ਹੀ, ਸੋ ਸਭ ਬਨਾਏ ਚੰਦਨ ਮਜਾਰ। ਉਹ ਲਿਖੀ ਹੋਈ ਪੜ੍ਹ ਕੇ ਸਾਰੀ ਕਥਾ ਮਾਂ ਕਵੀ ਜੀ ਕਹਿੰਦੇ ਮੈਂ ਇਸ ਕਵਿਤਾ ਵਿੱਚ ਛੰਦਾਬੰਦੀ ਵਿੱਚ ਇਸ ਸੋਹਣੇ ਢੰਗ ਨਾਲ ਅਲੰਕਾਰਾਂ ਨਾਲ ਇਸ ਕਥਾ ਨੂੰ ਲਿਖਿਆ ਹੈ। ਅਬ ਕਰਵ ਨਿਰੂਪਨ ਰੀਤ ਚਾਰੂ, ਛੰਦਬੰਦੀ ਦੇ ਵਿੱਚ ਸੁੰਦਰ ਛੰਦ ਰਚ ਕੇ ਗੁਰੂ ਸਾਹਿਬ ਜੀ ਦੀ ਕਥਾ ਦਾ ਮੈਂ ਨਿਰੂਪਣ ਕਰਦਾ ਹਾਂ ਸੋਹਣੇ ਢੰਗ ਨਾਲ। ਸ਼੍ਰੀ ਅਮਰਦਾਸ ਜਿਮ ਮਾਰ ਤੰਡ, ਧੰਨ ਗੁਰੂ ਅਮਰਦਾਸ ਸਾਹਿਬ ਇਉਂ ਹਨ ਜਿਵੇਂ ਚਮਕਦਾ ਸੂਰਜ ਹੋਵੇ। ਸੂਰਜ ਦੀ ਤਸਬੀਹ ਦੇ ਰਹੇ ਨੇ। ਵੈਸੇ ਐਸੇ ਕਰੋੜਾਂ ਸੂਰਜ ਵੀ ਰਲ ਕੇ ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੇ। ਕੇਵਲ ਉਦਾਹਰਣ ਵਜੋਂ ਉਦਾਹਰਣ ਦੇ ਰਹੇ ਹਨ। ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਐਸੇ ਹਨ ਜਿਵੇਂ ਮਾਰਤੰਡ ਸੂਰਜ ਦਾ ਪ੍ਰਕਾਸ਼ ਹੋਵੇ। ਗਾਦੀ ਗੁਰਨ ਸਿਅੰਦਨ ਅਖੰਡ, ਖਾਲਸਾ ਜੀ ਸੂਰਜ ਜਿਹੜਾ ਹੈ ਇਹ ਰੱਥ ਦੇ ਉੱਤੇ ਸਵਾਰ ਹੈ ਤੇ 12 ਮਹੀਨਿਆਂ ਵਿੱਚ ਇੱਕ ਇੱਕ ਰਾਸ ਵਿੱਚ ਵਿਚਰਦਾ ਹੈ। ਕਹਿੰਦੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਉਹ ਹੈ ਰੱਥ, ਔਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸੂਰਜ ਵਾਂਗੂ ਨੇ। ਕਹਿੰਦੇ ਰਾਸ ਜਿਵੇਂ ਤਬਦੀਲ ਹੁੰਦੀ ਹੈ ਏਦਾਂ ਕੇਵਲ ਸਰੀਰ ਬਦਲਿਆ, ਸੂਰਜ ਉਹੀ ਹੈ। ਤਿਸ ਪਰ ਅਰੂੜ ਥਿਤ ਹੋਏ ਆਪ, ਗੁਰ ਗੱਦੀ ਦੇ ਰੱਥ ਦੇ ਉੱਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਸਵਾਰ ਹੋਏ ਹਨ। ਕੀਨਸ ਪ੍ਰਕਾਸ਼ ਸਭ ਦਿਸ਼ ਪ੍ਰਤਾਪ, ਚਾਰੇ ਪਾਸੇ ਸਤਿਗੁਰੂ ਜੀ ਨੇ ਪ੍ਰਕਾਸ਼ ਕੀਤਾ। ਦਸਾਂ ਦਿਸ਼ਾਵਾਂ ਵਿੱਚ ਸਤਿਗੁਰੂ ਜੀ ਦਾ ਪ੍ਰਤਾਪ ਫੈਲਿਆ ਹੈ। ਗੁਰਪੁਰਬ ਆਦ ਕਰ ਕੈ ਖਡੂਰ, ਖਡੂਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਦਾ ਪੁਰਬ ਬਣਾ ਕੇ ਸਤਿਗੁਰਾਂ ਦੇ ਸਮਾਵਣ ਤੋਂ ਬਾਅਦ ਦੇ ਸਾਰੇ ਸਮਾਗਮ ਸੰਪੰਨ ਕਰਕੇ ਗੋਇੰਦਵਾਲ ਪਹੁੰਚੇ ਹਦੂਰ, ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਚੱਲ ਕੇ ਆਏ ਹਨ। ਦੀਨਾਨਨਾਥ ਗੁਰਤਾ ਸੋ ਪਾਏ, ਦੀਨਾਂ ਤੇ ਦਇਆ ਕਰਨ ਵਾਲੇ ਦੀਨਾਨਾਥ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰਗੱਦੀ ਪ੍ਰਾਪਤ ਕੀਤੀ ਹੈ ਗੁਰੂ ਅੰਗਦ ਸਾਹਿਬ ਜੀ ਪਾਸੋਂ। ਹੋਏ ਆਨੰਦ ਮਗਨ ਪ੍ਰਵਿਸ਼ੇ ਸੋ ਜਾਏ, ਪਰਮ ਆਨੰਦ ਵਿੱਚ ਲੀਨ ਹਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ। ਆਪਣਿਆਂ ਮਹਿਲਾਂ ਵਿੱਚ ਆਏ ਨੇ, ਆਪਣਿਆਂ ਮੰਦਰਾਂ 'ਚ ਆਪਣਿਆਂ ਮਹਿਲਾਂ 'ਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ। ਇਕ ਹੁਤੋ ਸਦਨ ਪਰ ਸਦਨ ਚਾਰੂ, ਸਤਿਗੁਰੂ ਜੀ ਜਿੱਥੇ ਮਹਿਲਾਂ 'ਚ ਰਹਿੰਦੇ ਸੀ ਨਾ, ਮਹਾਰਾਜ ਜੀ ਦੇ ਘਰ ਦੇ ਉੱਤੇ ਇੱਕ ਘਰ ਬਣਿਆ ਹੋਇਆ ਜਿਹਨੂੰ ਅੱਜ ਕੱਲ ਆਪਾਂ ਚੁਬਾਰਾ ਸਾਹਿਬ ਕਹਿੰਦੇ ਹਾਂ। ਇਹ ਮਹਾਰਾਜ ਜੀ ਦੇ ਮਹਿਲ ਸਨ। ਗੁਰੂ ਅਮਰਦਾਸ ਸਾਹਿਬ ਇੱਥੇ ਪਾਤਸ਼ਾਹ ਰਿਹਾ ਕਰਦੇ, ਨਿਵਾਸ ਕਰਿਆ ਕਰਦੇ। ਮਹਾਰਾਜ ਜੀ ਦੇ ਘਰ ਦੇ ਉੱਤੇ ਇੱਕ ਕਮਰਾ ਚੁਬਾਰਾ ਬਣਿਆ ਹੋਇਆ ਹੈ। ਤਿਸ ਪਰ ਅਰੂੜ ਦੀਏ ਦਰ ਕੀ ਵਾਰ, ਮਹਾਰਾਜ ਜੀ ਉਸ ਚੁਬਾਰੇ ਤੇ ਚੜ ਗਏ ਤੇ ਚੁਬਾਰੇ ਤੇ ਜਾ ਕੇ ਗੁਰਦੇਵ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਕਮਰਾ ਸੀ ਸੁੰਦਰ ਬਣਿਆ, ਉਸ ਕਮਰੇ 'ਚ ਪ੍ਰਵੇਸ਼ ਕਰਕੇ ਕਮਰਾ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਨਿਕਸੇ ਨਾ ਵਹਿਰ ਨੈ ਕੋ ਬੁਲਾਏ, ਮਹਾਰਾਜ ਜੀ ਪਰਮ ਵਿਰਾਗ ਦੀ ਮੂਰਤ ਬਣੇ ਨੇ। ਗੁਰੂ ਅੰਗਦ ਸਾਹਿਬ ਦੇ ਪ੍ਰੇਮ ਵਿੱਚ ਵਲੀਨ ਹੋ ਕੇ ਮਹਾਰਾਜ ਜੀ ਉਸ ਕਮਰੇ 'ਚ ਸਜ ਗਏ ਹਨ, ਬੈਠ ਗਏ ਨੇ। ਉਸ ਕਮਰੇ 'ਚੋਂ ਮਹਾਰਾਜ ਜੀ ਬਾਹਰ ਨਹੀਂ ਆਏ। ਥਿਤ ਹੋਏ ਸਮਾਦ ਗੰਭੀਰ ਲਾਏ, ਗੁਰਦੇਵ ਜੀ ਉੱਥੇ ਟਿਕ ਗਏ। ਚੌਂਕੜਾ ਲੱਗ ਗਿਆ ਸਾਹਿਬ ਦਾ, ਔਰ ਆਪਣੀ ਸਮਾਧੀ ਵਿੱਚ ਸਤਿਗੁਰੂ ਜੀ ਸਥਿਤ ਹੋ ਗਏ। ਆਪਣੀ ਸਮਾਧੀ ਵਿੱਚ ਸਤਿਗੁਰੂ ਜੀ ਵਲੀਨ ਹੋ ਗਏ। ਵੈ ਕਰ ਇਕੰਤ ਆਨੰਦ ਲੀਨ, ਏਕਾਂਤ ਵਿੱਚ ਬੈਠੇ ਨੇ ਸਤਿਗੁਰੂ ਜੀ। ਦਰਵਾਜ਼ਾ ਭਿੜਿਆ ਹੋਇਆ, ਉਹ ਬਾਹਰੋਂ ਵੀ ਖੁੱਲ ਸਕਦਾ ਹੈ, ਅੰਦਰੋਂ ਵੀ ਖੁੱਲ ਸਕਦਾ ਹੈ। ਇਸ ਤਰੀਕੇ ਨਾਲ ਭੇੜਿਆ ਹੋਇਆ ਦਰਵਾਜ਼ਾ। ਪਾਤਸ਼ਾਹ ਦਾ ਕੰਧ ਨਾਲ ਢਾਸਣਾ ਲੱਗਾ ਹੋਇਆ, ਸਮਾਧੀ ਵਿੱਚ ਸਥਿਤ ਨੇ। ਏਕਾਂਤ ਅਵਸਥਾ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਬੈਠੇ ਆਤਮ ਰਸ ਨੂੰ ਮਾਣ ਰਹੇ ਨੇ। ਜਬ ਮੈਦ ਜੋਤ ਪ੍ਰਾਪਤ ਪ੍ਰਬੀਨ, ਜਿਹੜੀ ਵੱਡੀ ਭਾਰੀ ਜੋਤ ਗੁਰੂ ਨਾਨਕ ਸਾਹਿਬ ਦੀ ਜੋਤ ਜੋ ਇਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਰਹੀ ਹੈ। ਨੈ ਸਕੇ ਬੇਦ ਜਿਸ ਕੋ ਬਤਾਏ, ਕਹਿੰਦੇ ਉਸ ਦਾ ਵੱਡਾ ਪ੍ਰਤਾਪ ਕਿਤਨਾ ਕੋ ਹੈ,
ਉਹ ਕਹਿੰਦੇ ਵੇਦ ਆਦਿਕ ਧਰਮ ਗ੍ਰੰਥ ਵੀ ਉਹਦੀ ਮਹਿਮਾ ਵਰਣਨ ਕਰਕੇ ਨਹੀਂ ਦੱਸ ਸਕਦੇ। ਜੋ ਉਸ ਪਾਵਨ ਜੋਤ ਦਾ ਵਿਗਾਸ ਹੈ, ਉਸ ਜੋਤ ਦਾ ਪ੍ਰਕਾਸ਼ ਹੈ, ਉਹਦਾ ਪ੍ਰਤਾਪ ਹੈ, ਉਹ ਦੁਨੀਆ ਦਾ ਕੋਈ ਕਵੀ, ਕੋਈ ਸ਼ਾਸਤਰ ਕਰਤਾ ਉਸ ਨੂੰ ਬਿਆਨ ਕਰਕੇ ਨਹੀਂ ਦੱਸ ਸਕਦਾ। ਮਨ ਗਿਰਾ ਜੁਗਤ ਜੈਨੇ ਲਖਾਏ। ਉਹ ਮਨ ਬਾਣੀ ਦਾ ਵਿਸ਼ਾ ਨਹੀਂ ਹੈ, ਨਾ ਉਹਦੇ ਤਾਈਂ ਮਨ ਪਹੁੰਚ ਸਕਦਾ, ਨਾ ਬਾਣੀ ਪਹੁੰਚ ਸਕਦੀ ਹੈ। ਖਾਲਸਾ ਜੀ, ਸਾਡੇ ਸਰੀਰ ਦੀਆਂ ਇੰਦਰੀਆਂ ਦੀ ਗਮਤਾ ਹੈ। ਅੱਖਾਂ ਕੁਝ ਦੂਰੀ ਤੱਕ ਵੇਖ ਸਕਦੀਆਂ ਹਨ, ਕੰਨ ਕੁਝ ਦੂਰੀ ਤੱਕ ਸੁਣ ਸਕਦੇ ਨੇ, ਲੰਮੀ ਦੂਰ ਆਵਾਜ਼ ਸਾਡੇ ਕੰਨ ਨਹੀਂ ਸੁਣ ਸਕਦੇ। ਇਸੇ ਤਰ੍ਹਾਂ ਇਹ ਪੈਰ ਕੁਝ ਦੂਰੀ ਤੱਕ ਚੱਲ ਕੇ ਜਾ ਸਕਦੇ ਐ, ਹੱਥਾਂ ਨਾਲ ਉਹਨਾਂ ਕੀ ਵਜਨ ਚੁੱਕ ਸਕਦੇ ਆ ਜਿੰਨੀ ਕਿ ਇਹਨਾਂ ਦੀ ਹੱਦਬੰਦੀ ਹੈ। ਇਹ ਇੰਦਰੀਆਂ ਦੀ ਗਮਤਾ ਜਿਹੜੀ ਆ ਉਹ ਸੀਮਤ ਹੈ, ਪਰ ਇਹਨਾਂ ਸਰੀਰ ਦੀਆਂ ਇੰਦਰੀਆਂ ਨਾਲੋਂ ਸਾਡੇ ਮਨ ਦੀ ਗਮਤਾ ਕਈ ਗੁਣਾ ਵੱਧ ਹੈ। ਜਿੱਥੇ ਸਾਡਾ ਸਰੀਰ ਨਹੀਂ ਪਹੁੰਚਦਾ, ਅੱਖ ਦੇ ਫੋਰ ਮਾਤਰ ਦੇ ਸਮੇਂ 'ਚ ਸਾਡਾ ਮਨ ਉੱਥੇ ਪਹੁੰਚ ਜਾਂਦਾ। ਕਿੰਨਾ ਸ਼ਕਤੀਸ਼ਾਲੀ ਹੈ ਮਨ, ਸਰੀਰ ਨਾਲੋਂ ਵੱਧ ਸ਼ਕਤੀ ਹੈ ਨਾ ਮਨ 'ਚ, ਕਿ ਮਨ ਅੱਖ ਦੇ ਫੋਰ ਵਿੱਚ ਸਰੀਰ ਕਰਕੇ ਅਸੀਂ ਕੋਈ ਮਕਾਨ ਬਣਾਉਣਾ ਹੋਵੇ, ਸਾਨੂੰ ਕਈ ਮਹੀਨੇ ਸਾਲ ਲੱਗ ਜਾਂਦੇ ਹੈ। ਮਨ ਕਰਕੇ ਬਣਾਉਣਾ ਹੋਵੇ ਵੀ ਮਨ ਕਹੇ ਵੀ ਮੈਂ ਕਮਰਾ ਬਣਾਵਾਂ ਇਦਾਂ ਦਾ, ਫੁਰਨਾ ਹੀ ਕਰਨਾ, ਮਿੰਟਾਂ ਸਕਿੰਟਾਂ 'ਚ ਬਣਾ ਲੈਂਦਾ ਨਾ, ਵੱਡੇ ਵੱਡੇ ਮਹਿਲ ਰਚ ਲੈਂਦਾ, ਕਿਲੇ ਰਚ ਲੈਂਦਾ, ਆਪਣੀ ਸਿਆਸਤ ਰਚ ਲੈਂਦਾ, ਰਾਜ ਰਚ ਲੈਂਦਾ। ਮਨ ਕਿੱਡੀ ਵੱਡੀ ਸ਼ਕਤੀ ਹੈ ਇਸ ਮਨ ਵਿੱਚ, ਪਰ ਇਹ ਮਨ ਵੀ ਉਸ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਪਰਮੇਸ਼ਰ ਦਾ ਉਹ ਸਵਰੂਪ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਦੇ ਹਨ, ਉੱਥੇ ਸਾਡਾ ਮਨ ਨਹੀਂ ਜਾ ਸਕਦਾ, ਉੱਥੇ ਸਾਡੀ ਇਹ ਬਾਣੀ ਨਹੀਂ ਪਹੁੰਚ ਸਕਦੀ ਕਿ ਅਸੀਂ ਇਸ ਬਾਣੀ ਦੁਆਰਾ ਬੋਲ ਕੇ ਦੱਸ ਸਕੀਏ ਵੀ ਉਹ ਸਵਰੂਪ ਕੈਸਾ ਹੈ। ਕਹਿੰਦੇ ਮਨ ਤੇ ਬਾਣੀ ਦੇ ਵਿਸ਼ੇ ਤੋਂ ਪਰੇ ਹੈ। ਅਸ ਆਨੰਦ ਸਿੰਧ ਮੈਂ ਸਥਿਤ ਹੋਏ। ਇਹੋ ਜੇ ਆਨੰਦ ਦੇ ਸਮੁੰਦਰ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸਥਿਤ ਹਨ। ਐਸੇ ਆਨੰਦ ਦੇ ਸਮੁੰਦਰ ਵਿੱਚ ਸਤਿਗੁਰੂ ਜੀ ਬਿਰਾਜਦੇ ਹਨ। ਜਿਸ ਏਕ ਬੂੰਦ ਲੈ ਜਗਤ ਜੋਏ। ਕਹਿੰਦੇ ਐਸਾ ਪਰਮ ਆਨੰਦ ਦਾ ਸਮੁੰਦਰ ਹੈ ਜਿਹਦੇ ਚ ਸਤਿਗੁਰੂ ਵਲੀਨ ਨੇ ਕਿ ਉਸ ਆਨੰਦ ਦੇ ਸਮੁੰਦਰ ਦੀ ਕੇਵਲ ਇੱਕ ਬੂੰਦ ਲੈ ਕੇ ਬ੍ਰਹਮਾਦ ਅਪਰ ਚੀਟੀ ਪ੍ਰਯੰਤ। ਉਸ ਆਨੰਦ ਦੀ ਇੱਕ ਬੂੰਦ ਲੈ ਕੇ ਪਰਮੇਸ਼ਰ ਨੇ ਉਸ ਆਨੰਦ ਦੀ ਬੂੰਦ ਨਾਲ ਸਾਰੇ ਸੰਸਾਰ ਵਿੱਚ ਆਨੰਦ ਵਰਤਾਇਆ ਹੋਇਆ, ਕੀੜੀ ਤੋਂ ਲੈ ਕੇ ਬ੍ਰਹਮਾ ਪ੍ਰਯੰਤ ਤਾਈਂ। ਅਸੀਂ ਕੋਈ ਪਦਾਰਥ ਖਾਈਏ ਆਨੰਦ ਆਉਂਦਾ ਹੈ, ਵੇਖੀਏ ਆਨੰਦ ਆਉਂਦਾ ਹੈ, ਕਿਸੇ ਪ੍ਰਕਾਰ ਦੀ ਕੋਈ ਚੀਜ਼ ਸੁਣੀਏ ਆਨੰਦ ਵਿੱਚ ਹੁੰਨੇ ਆ, ਕੀੜੀ ਨੂੰ ਵੀ ਆਨੰਦ ਆਉਂਦਾ। ਬ੍ਰਹਮਾ ਤੱਕ, ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਜਿਹੜਾ ਸਾਡੇ ਅੰਦਰ ਆਨੰਦ ਹੈ ਨਾ, ਆਨੰਦ ਦੀ ਅਵਸਥਾ ਹੈ, ਉਹ ਗੁਰੂ ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਜਿਸ ਸਮੁੰਦਰ 'ਚ ਰਹਿੰਦੇ ਨੇ ਨਾ ਆਨੰਦ ਦੇ, ਉਸ ਆਨੰਦ ਦੇ ਸਮੁੰਦਰ ਦੀ ਕੇਵਲ ਇੱਕ ਬੂੰਦ ਮਾਤਰ ਹੈ ਪੂਰੇ ਸੰਸਾਰ 'ਚ। ਇੱਕ ਬੂੰਦ ਨਾਲ ਹੀ ਕਿਤਨੇ ਆਨੰਦਿਤ ਨੇ ਲੋਕ, ਤੇ ਗੁਰੂ ਅਮਰਦਾਸ ਸਾਹਿਬ ਤਾਂ ਉਹਦੇ ਸਮੁੰਦਰ 'ਚ ਰਹਿੰਦੇ ਨੇ, ਉਹ ਕਿੰਨੇ ਆਨੰਦ ਵਿੱਚ ਹੋਣਗੇ ਬਿਆਨ ਨਹੀਂ ਹੋ ਸਕਦਾ। ਸਤਿ ਸ੍ਰੀ ਅਕਾਲ। ਉਸ ਆਨੰਦ ਦੇ ਅਥਾਹ ਸਮੁੰਦਰ 'ਚ ਹੀ ਬਲੀਨ ਹੋ ਕੇ ਤੀਸਰੇ ਗੁਰਦੇਵ ਨੇ ਆਪਣੇ ਮੁਖੋਂ ਬਚਨ ਉਚਾਰੇ, ਆਨੰਦ ਬਾਣੀ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਆਨੰਦ ਵਿੱਚ ਮਹਾਕਵੀ ਜੀ ਇੱਥੇ ਦੱਸ ਰਹੇ ਨੇ ਕਿ ਜਿਸ ਆਨੰਦ ਦੇ ਸਮੁੰਦਰ 'ਚ ਸਤਿਗੁਰੂ ਰਹਿੰਦੇ ਨੇ, ਉਸ ਆਨੰਦ ਦੀ ਇੱਕ ਬੂੰਦ ਮਾਤਰ ਕੀੜੀ ਤੋਂ ਲੈ ਕੇ ਬ੍ਰਹਮਾ ਪ੍ਰਯੰਤ ਤੱਕ ਜਿਤਨੇ ਜੀਵ ਜੰਤ ਨੇ ਉਹਨਾਂ ਵਿੱਚ ਵਰਤ ਰਹੀ ਹੈ। ਇਸ ਵਿਖੇ ਸਕਲ ਪਾਇਤ ਨਾ ਅੰਤ। ਕਹਿੰਦੇ ਕਿਤਨੇ ਆਨੰਦ ਵਿੱਚ ਹੁੰਦੇ ਆ ਜੀਵ। ਕਿੰਨਾ ਆਨੰਦ ਆਉਂਦਾ ਜਦੋਂ ਕੋਈ ਪਦਾਰਥ ਖਾਂਦੇ ਆ, ਵੇਖਦੇ ਆ, ਜਾਂ ਕੁਝ ਸੁਣਦੇ ਆ, ਜਦੋਂ ਕਿਸੇ ਚੀਜ਼ 'ਚੋਂ ਰਸ ਆਉਂਦਾ। ਕਹਿੰਦੇ ਉਸ ਆਨੰਦ ਦਾ ਵੀ ਕਹਿੰਦੇ ਟਿਕਾਣਾ ਨਹੀਂ। ਅਸ ਸੁਮੰਤਵਤ ਕੋ ਨ ਹੋਏ। ਕਹਿੰਦੇ ਜਿਸ ਸਮੁੰਦਰ ਵਿੱਚ ਆਨੰਦ ਦੇ ਗੁਰੂ ਸਾਹਿਬ ਰਹਿੰਦੇ ਨੇ, ਐਸਾ ਕਿਹੜਾ ਸੁਮਤਵੰਤ, ਕਿਹੜਾ ਬੁੱਧੀਮਾਨ ਹੈ ਜਿਹੜਾ ਉਸ ਆਨੰਦ ਦੀ ਦਸ਼ਾ ਨੂੰ ਬਿਆਨ ਕਰਕੇ ਦੱਸ ਸਕੇ। ਤਿਸ ਕੋ ਵਿਥਾਰ ਕਰ ਕਹੇ ਜੋਏ। ਕੌਣ ਐਸਾ ਜਿਹੜਾ ਉਸ ਆਨੰਦ ਦਾ ਵਿਸਥਾਰ ਕਰਕੇ ਦੱਸ ਸਕੇ ਜਿਸ ਆਨੰਦ ਦੇ ਸਮੁੰਦਰ 'ਚ ਸਤਿਗੁਰੂ ਜੀ ਟਿਕੇ ਹਨ। ਟਿਕ ਗਈ ਸਮਾਦ ਇੱਕ ਰਸ ਬਿਸਾਰ। ਉਸ ਪਰਮ ਆਨੰਦ ਦੇ ਅਵਸਥਾ ਦੇ ਸਵਰੂਪ ਵਿੱਚ
ਜਿਸ ਨੂੰ ਆਨੰਦ ਸਰੂਪ ਕਹਿੰਦੇ, ਸਤ ਚੇਤਨ ਆਨੰਦ ਸਰੂਪ, ਉਸ ਆਨੰਦ ਦੇ ਸਮੁੰਦਰ ਵਿੱਚ ਸਮਤਵੰਤ ਲੋਕ ਕਹਿੰਦੇ ਜਿਹੜੇ ਸੰਸਾਰ ਦੇ ਵਿੱਚ ਬੜੇ ਬੜੇ ਬੁੱਧੀਮਾਨ ਲੋਕ ਨੇ ਉਸ ਆਨੰਦ ਨੂੰ ਬਿਆਨ ਕਰਕੇ ਨਹੀਂ ਦੱਸ ਸਕਦੇ। ਉੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਮਾਧੀ ਲੱਗੀ ਹੈ। ਨੈ ਸਕੇ ਤਿਆਗ ਪ੍ਰੇਮੀ ਰਸਾਲ, ਜਿਹੜੇ ਪ੍ਰੇਮੀ ਹਨ ਰਸ ਲੈਣ ਵਾਲੇ ਉਸ ਆਨੰਦ ਦੀ ਸਮਾਧੀ ਦਾ ਤਿਆਗ ਨਹੀਂ ਕਰ ਸਕਦੇ। ਬਹੁ ਸਿੱਖ ਵੈਰ ਇਕੱਠੇ ਸੋ ਹੋਏ, ਇੱਧਰ ਬਹੁਤ ਸਾਰੇ ਸਿੱਖ ਗੋਇੰਦਵਾਲ ਸਾਹਿਬ ਬਾਹਰ ਆ ਕੇ ਇਕੱਠੇ ਹੋ ਗਏ। ਚਿਤ ਚੈਤ ਦੇਖ ਬੇਦਰਸ ਸੋਏ, ਸਭ ਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਹੈ। ਸਭ ਚਾਹੁੰਦੇ ਨੇ ਸਾਨੂੰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਹੋਣ। ਸੁਨ ਜਹਾਂ ਕਹਾਂ ਪੁਰ ਗ੍ਰਾਮ ਬੀਚ, ਗ੍ਰਾਮਾਂ ਨਗਰਾਂ ਸ਼ਹਿਰਾਂ ਵਿੱਚ ਸਰਬ ਥਾਈਂ ਜਿਹੜੇ ਜਿਹੜੇ ਸਿੱਖਾਂ ਨੂੰ ਖਬਰ ਹੋਈ ਕਿ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੇ ਤਖਤ ਤੇ ਹਨ, ਉਹ ਸਭ ਚੱਲ ਕੇ ਆਏ। ਚਲ ਆਏ ਦੇਖ ਬੇ ਊਚ ਨੀਚ, ਚਾਹੇ ਕੋਈ ਨੀਵੇਂ ਵਰਣ ਦਾ ਚਾਹੇ ਕੋਈ ਉੱਚੇ ਵਰਣ ਦਾ ਸਮਾਜ ਦੀ ਦ੍ਰਿਸ਼ਟੀ 'ਚ, ਉਹ ਸਭ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਏ। ਅਮੀਰ ਗਰੀਬ ਰਾਜ ਰੰਗ ਸਭ ਚੱਲ ਕੇ ਪੁੱਜੇ ਹਨ। ਗਨ ਹੋਏ ਇਕੱਤਰ ਕਰਤੇ ਵਿਚਾਰ, ਇਕੱਠੇ ਹੋ ਕੇ ਆਪਸ ਵਿੱਚ ਵਿਚਾਰ ਕਰਦੇ ਨੇ ਗੁਰਸਿੱਖ। ਗੁਰ ਦੇਹ ਦਰਸ ਤਿਮ ਕਰੋ ਟਾਰ, ਕਹਿੰਦੇ ਸਤਿਗੁਰੂ ਜੀ ਦਰਸ਼ਨ ਦੇਣ, ਕੋਈ ਇਹੋ ਜਿਹਾ ਸਬੱਬ ਬਣਾਓ, ਕੋਈ ਇਹੋ ਜਿਹੀ ਜੁਗਤ ਲੱਭੋ ਜਿਹਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਹੋ ਸਕਣ। ਮਹਾਰਾਜ ਜੀ ਆ ਕੇ ਸਾਨੂੰ ਦਰਸ਼ਨ ਦੇਵਣ। ਇਨਕੋ ਨਾ ਬੈਠਿਓ ਬਨੇ ਐਸ, ਕਿਉਂਕਿ ਸਤਿਗੁਰੂ ਜੀ ਤਾਂ ਚੁਬਾਰੇ ਵਿੱਚ ਗੁਪਤ ਨੇ, ਉਹਨਾਂ ਦਾ ਇਉਂ ਗੁਪਤ ਹੋ ਕੇ ਬੈਠਣਾ ਯੋਗ ਨਹੀਂ, ਕਿਉਂਕਿ ਬਾਹਰ ਸਾਰੀ ਸੰਗਤ ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੈ, ਵਿਆਕੁਲ ਹੈ। ਅਬ ਦੇਹ ਦਰਸ ਗੁਰ ਪ੍ਰਥਮ ਜੈਸ, ਜਿਵੇਂ ਪਹਿਲਾਂ ਸਤਿਗੁਰੂ ਜੀ ਦਰਸ਼ਨ ਦਿੰਦੇ ਨੇ, ਗੁਰੂ ਅੰਗਦ ਦੇਵ ਸਾਹਿਬ ਦਿੰਦੇ ਰਹੇ ਆ ਦਰਸ਼ਨ, ਇਉਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਵੀ ਪ੍ਰਤੱਖ ਹੋ ਕੇ ਦਰਸ਼ਨ ਦੇਵਣ। ਸਭ ਕਿਓ ਬ੍ਰਿਧ ਕੋ ਆਪ ਜਾਏ, ਜਿੰਨੇ ਸਿੱਖ ਸਨ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲੀਏ, ਉਹੀ ਰਾਹ ਦੱਸਣਗੇ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਚੱਲ ਕੇ ਸਿੱਖ ਆਏ। ਸਿੱਖ ਸੰਗਤਾਨ ਸੁਧ ਦੇਹੋ ਪੁਚਾਏ, ਆਖਿਆ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਖਬਰ ਦਿੱਤੀ ਕਿ ਸਾਰੀਆਂ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਹਿਤ ਦਰਸਿਆਨ ਇਕੱਠੀ ਬਿਲੰਦ, ਸਾਰੀ ਸੰਗਤ ਦਰਸ਼ਨ ਕਰਨ ਆਈ ਹੋਈ ਹੈ। ਗਨ ਸਮ ਚਕੋਰ ਰਚਿਤ ਚਹਿਤ ਚੰਦ, ਬਾਬਾ ਬੁੱਢਾ ਸਾਹਿਬ ਜੀ ਜਿਵੇਂ ਚਕੋਰ ਚੰਨ ਨੂੰ ਵੇਖਣਾ ਚਾਹੁੰਦੀ ਹੁੰਦੀ ਹੈ, ਇਉਂ ਗੁਰਸਿੱਖ ਚਕੋਰਾਂ ਵੱਤ ਆਏ ਹੋਏ ਨੇ। ਚੰਨ ਸਰੂਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਹੀਂ ਪਏ ਹੁੰਦੇ। ਹੁਣ ਚਕੋਰਾਂ ਨੂੰ ਕਿਵੇਂ ਧੀਰਜ ਮਿਲੇ ਬਿਨਾਂ ਚੰਨ ਵੇਖਿਆ, ਗੁਰਸਿੱਖਾਂ ਨੂੰ ਕਿਵੇਂ ਹੌਸਲਾ ਮਿਲੇ ਬਿਨਾਂ ਸਤਿਗੁਰਾਂ ਦੇ ਦਰਸ਼ਨ ਕੀਤਿਆਂ। ਸੁਨ ਕੇ ਉਹ ਬ੍ਰਿਧ ਸਭ ਲਖਨਹਾਰ, ਬਾਬਾ ਬੁੱਢਾ ਸਾਹਿਬ ਜੋ ਸਭ ਕੁਝ ਜਾਣਦੇ ਨੇ, ਅੰਤਰਯਾਮੀ ਹਨ, ਮਹਾਨ ਤਤਵੇਤਾ ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਉਹ ਜਾਣਦੇ ਹਨ ਸਾਰਿਆਂ ਦੀ ਅਵਸਥਾ ਨੂੰ। ਲਹੇ ਜਾਨ ਮਨ ਕੀ ਬਿਨ ਉਚਾਰ, ਬਿਨਾਂ ਕਿਸੇ ਦੇ ਉਚਾਰਿਆਂ ਜਾਣਦੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਿੱਖੋ ਸਤਿਗੁਰੂ ਅੰਤਰਜਾਮੀ ਹਨ। ਕਈ ਦਾ ਉਹਨੂੰ ਹੈ ਜਿਹਨੂੰ ਪਤਾ ਨਾ ਹੋਵੇ, ਉਹ ਅੰਤਰਜਾਮੀ ਹਨ, ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਨੇ। ਨਿਜ ਦਇਆ ਕਰੇ ਆਪਣੀ ਮਹਾਨ, ਜਦੋਂ ਸਤਿਗੁਰੂ ਜੀ ਆਪਣੀ ਮਹਾਨ ਦਇਆ ਤੇ ਤਰਸ ਕਰਨਗੇ, ਤਬ ਦੇਹ ਦਰਸ ਸਭ ਹੂਨਿਆਨ, ਉਦੋਂ ਆ ਕੇ ਫਿਰ ਸਾਰਿਆਂ ਨੂੰ ਦਰਸ਼ਨ ਦੇਣਗੇ। ਆਪਣੇ ਦਰਸ਼ਨ ਦੇ ਕੇ ਸਤਿਗੁਰੂ ਜੀ ਕਿਰਤਾਰਥ ਕਰਨਗੇ। ਸੁਨ ਰਹੇ ਠਟਕ ਕਹਿ ਸਕੇ ਨਾ ਕੋਏ, ਇਹ ਸੁਣ ਕੇ ਸਾਰੇ ਸਿੱਖ ਚੁੱਪ ਕਰ ਗਏ। ਜਦੋਂ ਬਾਬਾ ਜੀ ਨੇ ਕਿਹਾ ਵੀ ਉਹ ਅੰਤਰਜਾਮੀ ਨੇ, ਆਪੇ ਦਰਸ਼ਨ ਦੇਣਗੇ, ਇਹ ਸੁਣ ਕੇ ਸਾਰੇ ਸਿੱਖ ਚੁੱਪ ਕਰ ਗਏ ਵੀ ਹੁਣ ਕੀ ਆਖੀਏ। ਦਿਨ ਪ੍ਰਤੀ ਚਾਹ ਚਿਤ ਚੌਗਨ ਹੋਏ, ਹਰ ਸਿੱਖਾਂ ਦੇ ਹਿਰਦਿਆਂ ਵਿੱਚ ਦਿਨ ਪ੍ਰਤੀ ਦਿਨ ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹ ਵੱਧ ਰਹੀ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤਿਵੇਂ ਤਿਵੇਂ ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਵੱਧਦੀ ਹੈ। ਸਿੱਖ ਸਕਲ ਮਾਂ ਅਕੁਲਾਏ ਪੂਰ, ਜਿਤਨੀ ਸਿੱਖ ਸੰਗਤ ਹੈ ਸਭ ਬੇਬਲ ਹੈ, ਸਭ ਵਿਆਕੁਲ ਨੇ ਸਤਿਗੁਰੂ ਜੀ ਦੇ ਦਰਸ਼ਨ ਹੋਣ।
ਉਮ ਕਿਉ ਹਿਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਸਤਿਗੁਰੂ ਜੀ ਦੇ ਦਰਸ਼ਨਾਂ ਦੀ ਭਾਰੀ ਤਾਂਘ ਹੈ। ਕਬ ਦੇਹ ਦਰਸ ਗੁਰ ਇੱਛ ਪੂਰੇ। ਕਦੋਂ ਸਤਿਗੁਰੂ ਜੀ ਦਰਸ਼ਨ ਦੇਣ, ਕਦੋਂ ਸਾਡੇ ਮਨ ਦੀ ਇੱਛਾ ਸਤਿਗੁਰੂ ਜੀ ਪੂਰੀ ਕਰਨ। ਜਿਮ ਸਵਾਤ ਬੂੰਦ ਚਾਤ੍ਰਿਕ ਪਿਪਾਸ। ਕਹਿੰਦੇ ਜਿਵੇਂ ਕੋਈ ਸਵਾਂਤੀ ਬੂੰਦ ਹੁੰਦੀ ਆ ਨਾ ਗੁਰੂ ਖਾਲਸਾ ਜੀ, ਤੇ ਸਵਾਂਤੀ ਬੂੰਦ ਦੀ ਪਿਆਸ ਬਬੀਏ ਦੇ ਅੰਦਰ ਹੁੰਦੀ ਹੈ। ਉਹ ਦਿਨ ਰਾਤ ਤੜਫਦਾ, ਪ੍ਰਿਓ 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 ਦੀ ਲਟਕ ਲਾ ਕੇ ਰੱਖਦਾ ਵੀ ਉਹਨੂੰ ਸਵਾਂਤੀ ਬੂੰਦ ਮਿਲੇ। ਇਉਂ ਗੁਰੂ ਕੇ ਸਿੱਖ ਬਬੀਹੇ ਦੇ ਮਨਿੰਦ, ਚਾਤ੍ਰਿਕ ਦੇ ਮਨਿੰਦ, ਸਵਾਦ ਬੂੰਦ ਰੂਪੀ ਦਰਸ਼ਨਾਂ ਦੀ ਤਾਂਘ ਰੱਖਦੇ ਹਨ। ਚਾਤ੍ਰਿਕ ਚਿਤਵਤ ਬਰਸਤ ਮੈਂ, ਕਹਿੰਦੇ ਏਦਾਂ ਦੀ ਚਿਤਵਨੀ ਗੁਰਸਿੱਖ ਰੱਖਦੇ ਹਨ। ਚਕਵਾ ਨ ਚਾਹੇ ਸੂਰਜ ਪ੍ਰਕਾਸ਼। ਜਿਵੇਂ ਕੋਈ ਚਕਵਾ ਹੁੰਦਾ ਨਾ, ਉਹਦੇ ਅੰਦਰ ਕੋਈ ਥੋੜੀ ਚਾਹਨਾ ਨਹੀਂ ਹੁੰਦੀ ਸੂਰਜ ਨੂੰ ਵੇਖਣ ਦੀ। ਉਹ ਤੜਫਦਾ ਸਾਰੀ ਰਾਤ ਕੱਟਦਾ ਹੈ, ਕਦੋਂ ਦਿਨ ਚੜੇ ਤੇ ਮੈਂ ਆਪਣੇ ਪਿਆਰੇ ਸੂਰਜ ਦੇ ਦਰਸ਼ਨ ਕਰਾਂ। ਇਉਂ ਗੁਰੂ ਕੇ ਸਿੱਖ ਉਡੀਕਦੇ ਨੇ ਸਤਿਗੁਰਾਂ ਦੇ ਦਰਸ਼ਨਾਂ ਨੂੰ। ਪਤ ਬ੍ਰਤਾ ਤਰੁਨ ਪਤ ਕੇ ਬਿਯੋਗ। ਜਿਵੇਂ ਕੋਈ ਪਤ ਵਰਤਾ ਇਸਤਰੀ ਆਪਣੇ ਪਤੀ ਦੇ ਵਿਯੋਗ 'ਚ ਤੜਫਦੀ ਬੇਬਲ ਹੋਈ ਆਪਣੇ ਪਤੀ ਦੇ ਦਰਸ਼ਨ ਲੋੜਦੀ ਹੈ ਨਾ, ਕਿ ਮੈਨੂੰ ਮੇਰੇ ਪਤੀ ਦੇ ਦਰਸ਼ਨ ਹੋਣ। ਜਿਮ ਮਹਾ ਕਸ਼ਟ ਤੇ ਚੈ ਸੰਜੋਗ। ਮਹਾ ਕਸ਼ਟ ਕਰਕੇ ਜਿਵੇਂ ਉਹ ਇਸਤਰੀ ਆਪਣੇ ਪਤੀ ਦਾ ਸੰਜੋਗ ਚਾਹੁੰਦੀ ਹੈ, ਆਪਣੇ ਪਤੀ ਦੇ ਦਰਸ਼ਨ ਕਰਨਾ ਲੋੜਦੀ ਹੈ। ਦੋਹਰਾ ਨੈ ਕਉ ਜਬ ਕਹਿ ਸਕੇ ਕੀਨ ਸੇ ਅਪਰੇ ਉਪਾਏ। ਕਹਿੰਦੇ ਇਉਂ ਗੁਰਸਿੱਖ ਦਰਸ਼ਨਾਂ ਦੀ ਇੱਛਾ ਰੱਖੀ ਬੈਠੇ ਨੇ। ਜਦੋਂ ਕੁਝ ਕਹਿ ਨਹੀਂ ਸਕੇ, ਬਾਬਾ ਜੀ ਨੇ ਵੀ ਕਹਿ ਦਿੱਤਾ ਵੀ ਅੰਤਰਜਾਮੀ ਨੇ ਆਪੇ ਤੁਹਾਡੇ ਦਿਲ ਦੀ ਬੁੱਝ ਕੇ ਦਰਸ਼ਨ ਦੇਣਗੇ। ਫਿਰ ਸਿੱਖਾਂ ਨੇ ਹੋਰ ਉਪਾਅ ਰਚਿਆ। ਇੱਕ ਸੇਵਕ ਬੱਲੂ ਹੁਤੋ ਸੋ ਗੁਰ ਸੇਵ ਕਮਾਏ। ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਸੇਵਕ, ਜਿਹੜੇ ਤੀਸਰੇ ਪਾਤਸ਼ਾਹ ਜੀ ਦੇ ਹਜ਼ੂਰੀ ਸੇਵਾਦਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੀ ਹਰ ਵੇਲੇ ਹੀ ਸਤਿਗੁਰਾਂ ਦੇ ਕੋਲ ਹਾਜ਼ਰ ਰਹਿੰਦੇ ਸੀ ਔਰ ਗੁਰੂ ਪਾਤਸ਼ਾਹ ਦੀ ਸੇਵਾ ਕਰਦੇ ਸਨ। ਇਸ ਮਹਾਪੁਰਸ਼ ਇਸ ਗੁਰਸਿੱਖ ਦਾ ਨਾਮ ਹੈ ਭਾਈ ਬੱਲੂ। ਭਾਈ ਬੱਲੂ ਜੀ ਇੱਕ ਗੁਰਸਿੱਖ ਹਨ। ਸਵਈਆ ਚੰਦ ਬੱਲੂ ਤੇ ਨਿਤ ਪ੍ਰਤ ਸਭ ਸੇਵਾ। ਭਾਈ ਬੱਲੂ ਜੀ ਰਾਤ ਦਿਨ ਗੁਰੂ ਅਮਰਦਾਸ ਸਾਹਿਬ ਦੀ ਸੇਵਾ 'ਚ ਰਹਿੰਦੇ ਆ। ਦਿਨ ਪ੍ਰਤੀ 8 ਪਹਿਰ ਸਤਿਗੁਰਾਂ ਦੀ ਸੇਵਾ ਕਰਦੇ ਹਨ। ਹੋਏ ਪ੍ਰਸੰਨ ਸਤਿਗੁਰ ਕਰਵਾਏ। ਭਾਈ ਬੱਲੂ ਤੇ ਗੁਰੂ ਪਾਤਸ਼ਾਹ ਬੜੇ ਹੀ ਪ੍ਰਸੰਨ ਸੀ। ਜਦੋਂ ਵੀ ਕਿਤੇ ਕੋਈ ਲੋੜ ਪੈਣੀ ਕਿਸੇ ਵਸਤੂ ਦੀ, ਮਹਾਰਾਜ ਜੀ ਦੀ ਰਸਨਾ ਤੋਂ ਭਾਈ ਬੱਲੂ ਦਾ ਹੀ ਨਾਂ ਨਿਕਲਦਾ ਸੀ। ਭਾਈ ਬੱਲੂ ਜਲ ਲੈ ਆਓ, ਭਾਈ ਬੱਲੂ ਜੀ ਆਹ ਸੇਵਾ ਕਰ ਲਓ। ਹਰ ਵੇਲੇ, ਕਿਉਂਕਿ ਜਿਹਦੇ ਨਾਲ ਬਹੁਤ ਸਨੇਹ ਹੋਵੇ ਫਿਰ ਉਹਦਾ ਹੀ ਰਸਨਾ ਤੇ ਨਾਂ ਆਉਂਦਾ। ਤੋ ਭਾਈ ਬੱਲੂ ਜੀ ਤੇ ਸਤਿਗੁਰੂ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣੀ ਸਾਰੀ ਸੇਵਾ, ਬਸਤਰ ਧੋਣ ਦੀ, ਭੋਜਨ ਦੀ, ਮਹਾਰਾਜ ਜੀ ਦੀ ਜਿਤਨੀ ਸੇਵਾ ਉਹ ਸਤਿਗੁਰਾਂ ਨੇ ਭਾਈ ਬੱਲੂ ਜੀ ਨੂੰ ਬਖਸ਼ੀ ਹੋਈ ਹੈ। ਪ੍ਰੇਮ ਜੁਗਤ ਸੋ ਨੀਕੇ ਕਰਤਾ। ਭਾਈ ਬੱਲੂ ਜੀ ਬੜੇ ਪ੍ਰੇਮ ਨਾਲ ਔਰ ਜੁਗਤੀ ਨਾਲ, ਕਿਉਂਕਿ ਸੇਵਾ ਵਿੱਚ ਪ੍ਰੇਮ ਵੀ ਹੋਣਾ ਚਾਹੀਦਾ ਤੇ ਸੇਵਾ ਵਿੱਚ ਜੁਗਤ ਵੀ ਹੋਣੀ ਚਾਹੀਦੀ ਹੈ। ਬੇਜੁਗਤੀ ਸੇਵਾ ਕਰੋਗੇ ਅਕਲੀ ਸਾਹਿਬ ਸੇਵੀਆ ਅਕਲੀ ਪਾਈਆ ਮਾਨ। ਜੁਗਤੀ ਨਾਲ ਸੇਵਾ ਹੁੰਦੀ ਹੈ, ਬੇਜੁਗਤ ਤਰੀਕੇ ਨਾਲ ਥੋੜੀ ਸੇਵਾ ਹੁੰਦੀ ਹੈ ਵੀ ਇੱਕ ਪਾਸੇ ਸੇਵਾ ਕਰੀ ਜਾਓ, ਦੂਜੇ ਪਾਸੇ ਬੇਅਦਬੀ ਕਰੀ ਜਾਓ। ਉਹ ਸੇਵਾ ਨਹੀਂ ਹੁੰਦੀ। ਸੇਵਾ ਜੁਗਤ ਨਾਲ ਹੁੰਦੀ, ਮਰਿਆਦਾ ਹੁੰਦੀ ਵੀ ਕਿੱਥੇ ਕਿਹੜੀ ਸੇਵਾ ਦੀ ਜ਼ਰੂਰਤ ਹੈ, ਉਸ ਭਾਵ ਦੇ ਸਹਿਤ ਸੇਵਾ ਹੋਣੀ ਚਾਹੀਏ। ਤੋ ਸਤਿਗੁਰੂ ਜੀ ਦੀ ਸੇਵਾ ਜੁਗਤੀ ਨਾਲ ਵੀ ਕਰਦੇ ਭਾਈ ਬੱਲੂ ਜੀ ਔਰ ਪ੍ਰੇਮ ਨਾਲ ਕਰਦੇ ਹਨ। ਸਨਮੁਖ ਖਰੋ ਰਹੇ ਹਿਤ ਲਾਏ। ਇੰਨਾ ਪ੍ਰੇਮ ਕਰਦੇ ਵੀ ਹਰ ਵੇਲੇ ਭਾਈ ਬੱਲੂ ਜੀ ਸਤਿਗੁਰਾਂ ਦੇ ਸਨਮੁਖ ਨਾ, ਜਦੋਂ ਵਿਹਲੇ ਹੋਣਾ ਸਤਿਗੁਰਾਂ ਦੇ ਸਾਹਮਣੇ ਖਲੋਤੇ ਰਹਿਣਾ ਕਿ ਪਾਤਸ਼ਾਹ ਜੋ ਫਰਮਾਣਗੇ, ਜੋ ਹੁਕਮ ਕਰਨਗੇ, ਸਤ ਵਚਨ ਕਹਿ ਕੇ ਉਹ ਸੇਵਾ ਕਰਾਂਗੇ।
ਇਉਂ ਭਾਈ ਬੱਲੂ ਜੀ ਮਹਾਰਾਜ ਜੀ ਦੇ ਸਨਮੁਖ ਹਰ ਵੇਲੇ ਹੀ ਖੜੇ ਰਹਿੰਦੇ ਹਨ। ਜਬ ਕੁਛ ਟਹਿਲ ਕਰੇ ਫੁਰਮਾਵਨ, ਜਦੋਂ ਕੋਈ ਟਹਿਲ ਕੋਈ ਸੇਵਾ ਸਤਿਗੁਰੂ ਜੀ ਫਰਮਾਉਂਦੇ ਸਨ, ਤਬ ਸੋ ਕਰਤ ਸੁਧਾਰ ਬਨਾਏ। ਭਾਈ ਬੱਲੂ ਜੀ ਝਾਟੋ ਸੇਵਾ ਤਤਪਰ ਹੋ ਕੇ ਕਰਦੇ ਹਨ। ਨਾਏ ਤਠਾਂਡੋ ਰਹੇ ਅਗਾਰੀ, ਤੇ ਜੇ ਸਤਿਗੁਰੂ ਜੀ ਕੋਈ ਸੇਵਾ ਨਹੀਂ ਕਹਿੰਦੇ ਤੇ ਭਾਈ ਬੱਲੂ ਜੀ ਸਨਮੁਖ ਖਲੋਤੇ ਰਹਿੰਦੇ। ਜਦੋਂ ਕੋਈ ਸੇਵਾ ਕਹਿੰਦੇ ਮਹਾਰਾਜ ਜੀ, ਉਸੇ ਵੇਲੇ ਉਹਨਾਂ ਨੇ ਜਾ ਕੇ ਉਹ ਸੇਵਾ ਕਰਨੀ। ਉਹ ਟਹਿਲ ਕਰਕੇ ਮੁੜ ਕੇ ਫੇਰ ਆ ਕੇ ਹੱਥ ਜੋੜ ਕੇ ਖਲੋ ਜਾਣਾ। ਜਲ ਮੰਗਣਾ, ਜਲ ਲਿਆ ਕੇ ਹਾਜ਼ਰ ਕਰਨਾ। ਭੋਜਨ ਦਾ ਵਿਵਸਥਾ ਉਹ ਵੀ ਭਾਈ ਬੱਲੂ ਨੇ ਕਰਨੀ। ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਭਾਈ ਬੱਲੂ ਨੇ ਕਰਨੀ। ਕੱਪੜੇ ਬਸਤਰ ਧੋਣ ਦੀ ਸੇਵਾ ਵੀ ਸਤਿਗੁਰਾਂ ਦੀ ਭਾਈ ਬੱਲੂ ਜੀ ਨੇ ਕਰਨੀ। ਜਦੋਂ ਪਾਤਸ਼ਾਹ ਨੇ ਰਾਤ ਨੂੰ ਆਪਣੇ ਪਲੰਘੇ ਤੇ ਵਿਰਾਜਣਾ, ਮਹਾਰਾਜ ਜੀ ਦੇ ਚਰਨ ਘੁੱਟਣੇ ਭਾਈ ਬੱਲੂ ਜੀ ਨੇ। ਮਹਾਰਾਜ ਜੀ ਦੇ ਚਰਨਾਂ ਵੱਲ ਬਹਿ ਕੇ ਸਤਿਗੁਰੂ ਜੀ ਦੀ ਜਦੋਂ ਅੱਖ ਲੱਗ ਜਾਣੀ, ਨੇਤਰ ਮੁੰਦੇ ਜਾਣੇ, ਪਾਤਸ਼ਾਹ ਨੇ ਸੁਖਾਸਣਾ ਝੋਣਾ, ਭਾਈ ਬੱਲੂ ਜੀ ਨੇ ਕੋਲ ਹੀ ਮਹਾਰਾਜ ਜੀ ਦੇ ਪਲੰਘੇ ਦੇ ਆਸਣ ਲਾ ਲੈਣਾ। ਰਾਤ ਵੀ ਸਾਵਧਾਨ ਰਹਿਣਾ ਕਿ ਸ਼ਾਇਦ ਰਾਤ ਨੂੰ ਕੋਈ ਸੇਵਾ ਟਹਿਲ ਗੁਰਦੇਵ ਕਹਿਣ ਤੇ ਝੱਟ ਉੱਠ ਕੇ ਤਿਆਰ ਬਰ ਤਿਆਰ ਹੋ ਜਾਂਦੇ। ਆਲਸ ਨਹੀਂ ਸਨ ਭਾਈ ਕਰਦੇ ਭਾਈ ਬੱਲੂ ਜੀ। ਇਹੋ ਜੇ ਸਤਿਗੁਰਾਂ ਦੇ ਸੇਵਾਦਾਰ ਸਨ। ਇਮ ਸਤਿਗੁਰ ਕੇ ਚਿਤ ਕੋ ਪਾਏ, ਕਿਉਂ ਭਾਈ ਬੱਲੂ ਜੀ ਸਤਿਗੁਰਾਂ ਨੂੰ ਬੜੇ ਹੀ ਚੰਗੇ ਲੱਗਦੇ। ਜਦੋਂ ਹਰ ਵੇਲੇ ਮਹਾਰਾਜ ਜੀ ਨਾਲ ਪ੍ਰੇਮ 'ਚ ਭਿੱਜੇ ਰਹਿ ਕੇ ਸੇਵਾ ਟਹਿਲ ਕਰਦੇ, ਉਹਨਾਂ ਦਾ ਪ੍ਰੇਮ ਵੇਖ ਕੇ ਭਾਈ ਬੱਲੂ ਜੀ ਦਾ ਸਤਿਗੁਰੂ ਜੀ ਉਹਨਾਂ ਤੇ ਬੜੇ ਹੀ ਪ੍ਰਸੰਨ ਹੁੰਦੇ ਹਨ। ਬੁੱਢੇ ਆਦ ਸਿੱਖ ਸਭ ਮਿਲ ਕੇ, ਬਾਬਾ ਬੁੱਢਾ ਸਾਹਿਬ ਜੀ ਤੇ ਬਾਕੀ ਜਿੰਨੀ ਸੰਗਤ ਹੈ ਸਿੱਖ ਨੇ ਸਾਰੇ ਮਿਲ ਕੇ ਤਿਸ ਬੱਲੂ ਕੋ ਨਿਕਟ ਬੁਲਾਏ। ਭਾਈ ਬੱਲੂ ਜੀ ਨੂੰ ਇਹਨਾਂ ਨੇ ਆਪਣੇ ਕੋਲ ਬੁਲਾਇਆ। ਭਾਈ ਬੱਲੂ ਨੂੰ ਆਪਣੇ ਕੋਲ ਸੱਦਿਆ। ਬਿਨੇ ਬਖਾਨੀ ਪ੍ਰੀਤ ਮਹਾਨੀ, ਪ੍ਰੇਮ ਸਹਿਤ ਬੇਨਤੀ ਕੀਤੀ। ਇਹ ਸੰਗਤ ਬੈਠੀ ਸਮੁਦਾਏ। ਕਹਿਣ ਲੱਗੇ ਭਾਈ ਬੱਲੂ ਜੀ ਇਹ ਜਿੰਨੀ ਸੰਗਤ ਬੈਠੀ ਹੈ, ਸਭ ਚਾਹਤ ਸਤਿਗੁਰ ਦਰਸ਼ਨ। ਇਹ ਸਾਰੀ ਸੰਗਤ ਤੀਸਰੇ ਪਾਤਸ਼ਾਹ ਦੇ ਦਰਸ਼ਨ ਲੋੜਦੀ। ਸਭ ਦੇ ਮਨ 'ਚ ਇੱਕੋ ਕੰਖ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਦਰਸ਼ਨ ਦੇਵਣ। ਸਪਤ ਦਿਵਸ ਇਨ ਦੀਏ ਬਿਤਾਏ, 7 ਦਿਨ ਬੀਤ ਗਏ ਨੇ ਸਤਿਗੁਰਾਂ ਨੂੰ ਕਮਰੇ 'ਚ ਬੈਠੇ ਆ। 7 ਦਿਨਾਂ ਤੋਂ ਸੰਗਤ ਇੱਥੇ ਖੜੀ ਹੈ, ਉਡੀਕਦੀ ਹੈ ਕਿ ਸਤਿਗੁਰੂ ਜੀ ਦਰਸ਼ਨ ਦੇਣ। ਬਿਨ ਸੂਰਜ ਪੰਕਜ ਮੁਰਝਾਵੇ, ਭਾਈ ਬੱਲੂ ਸੂਰਜ ਤੋਂ ਬਿਨਾਂ ਕਮਲ ਦੇ ਫੁੱਲ ਮੁਰਝਾ ਜਾਇਆ ਕਰਦੇ ਐ। ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲਾਂ ਦਾ ਬਗੀਚਾ ਖਿੜ ਜਾਂਦਾ ਹੈ। ਇਹ ਸਿੱਖ ਕਮਲਾਂ ਦੇ ਫੁੱਲਾਂ ਦੀ ਬਗੀਚੀ ਹੈ। ਜਦੋਂ ਤੱਕ ਗੁਰੂ ਅਮਰਦਾਸ ਸਾਹਿਬ ਰੂਪੀ ਸੂਰਜ ਦੇ ਦਰਸ਼ਨ ਨਾ ਕਰਨਗੇ, ਉਦੋਂ ਤੱਕ ਇਹ ਮੁਰਝਾਏ ਰਹਿਣਗੇ। ਇਹ ਗਤ ਸਭ ਕੀ ਪਰੇ ਲਖਾਏ, ਇਹਨਾਂ ਦੀ ਦਸ਼ਾ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸੂਰਜ ਬਿਨਾਂ ਕਮਲ ਦੇ ਫੁੱਲ ਦੀ ਹੋਵੇ। ਤਬ ਬੱਲੂ ਕਰ ਜੋਰ ਸਬਨ ਟਿਗ, ਜਦੋਂ ਸੰਗਤ ਨੇ ਇਹ ਗੱਲ ਕਹੀ ਨਾ, ਭਾਈ ਬੱਲੂ ਨੂੰ ਬੇਨਤੀ ਕੀਤੀ। ਭਾਈ ਬੱਲੂ ਨੇ ਹੱਥ ਜੋੜੇ ਸੰਗਤ ਦੇ ਸਨਮੁਖ, ਆਖਿਆ ਤੁਸੀਂ ਸਭ ਗੁਰੂ ਸਵਰੂਪ ਹੋ। ਗੁਰੂ ਸੰਗਤ ਨੂੰ ਗੁਰੂ ਸਾਹਿਬ ਨੇ ਬੜਾ ਸਨਮਾਨ ਦਿੱਤਾ ਹੈ। ਕਹਿਤ ਪਇਓ ਮੈਂ ਤੁਮੇ ਅਨੁਸਾਰ, ਹੱਥ ਜੋੜ ਕੇ ਭਾਈ ਬੱਲੂ ਜੀ ਸੰਗਤ ਨੂੰ ਕਹਿੰਦੇ, ਸਾਧ ਸੰਗਤ ਜੀ ਮੈਂ ਤੁਹਾਡੇ ਅਨੁਸਾਰ ਹਾਂ। ਜਿਵੇਂ ਤੁਸੀਂ ਆਖੋਗੇ ਮੈਂ ਤਿਵੇਂ ਕਰਾਂਗਾ। ਜਿਮ ਤੁਮ ਕਹੋ ਕਰੋ ਮੈਂ ਤਿਸ ਬਿਦ, ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਮੈਂ ਤੁਹਾਡੇ ਅਨੁਸਾਰ ਹੀ ਹਾਂ। ਦਰਸ਼ਨ ਪ੍ਰਾਪਤ ਹੋਏ ਉਦਾਰ, ਮੈਂ ਤਾਂ ਆਪ ਚਾਹਾਂਗਾ ਕਿ ਤੁਹਾਡੇ ਮਨ 'ਚ ਜੇ ਕਾਂਖਾ ਹੈ ਤਾਂ ਸਤਿਗੁਰੂ ਜੀ ਤੁਹਾਨੂੰ ਆਪਣੇ ਦਰਸ਼ਨ ਦੇਣ ਤੇ ਕਿਰਤਾਰਥ ਕਰਨ। ਅਰਜ਼ ਗੁਜ਼ਾਰਨ ਪਰ ਉਪਕਾਰਨ, ਮੈਂ ਪਰਉਪਕਾਰ ਵਾਸਤੇ ਜ਼ਰੂਰ ਬੇਨਤੀ ਕਰਾਂਗਾ ਸਤਿਗੁਰਾਂ ਨੂੰ, ਕਿਉਂਕਿ ਇਹ ਪਰਉਪਕਾਰ ਹੈ। ਜਦੋਂ ਤੁਹਾਨੂੰ ਦਰਸ਼ਨ ਹੋਣਗੇ ਸਤਿਗੁਰਾਂ ਦੇ, ਤੁਹਾਡੇ ਤੇ ਪਰਉਪਕਾਰ ਹੋਵੇਗਾ। ਮੈਂ ਉਹਨਾਂ ਦੇ ਚਰਨਾਂ ਵਿੱਚ ਅਰਜ਼ ਕਰਾਂਗਾ, ਬੇਨਤੀ ਕਰਾਂਗਾ। ਇਸ ਤੇ ਨੀਕੀ ਔਰ ਨਕਾਰ, ਇਹਦੇ ਤੋਂ ਭਲਾ ਵਧੀਆ ਕਾਰਜ ਹੋਰ ਕਿਹੜਾ ਹੋ ਸਕਦਾ ਵੀ ਕਿਸੇ ਨੂੰ ਬੇਨਤੀ, ਗੁਰੂ ਸਾਹਿਬ ਨੂੰ ਬੇਨਤੀ ਕਰਕੇ ਕਿਸੇ ਨੂੰ ਸਤਿਗੁਰਾਂ ਦੇ ਦਰਸ਼ਨ ਕਰਾਉਣ ਵਰਗਾ ਪੁੰਨ ਥੋੜੀ ਹੈ ਸੰਸਾਰ 'ਚ। ਇਹ ਤਾਂ ਬੜਾ ਵੱਡਾ ਮਹਾਤਮ ਹੈ ਕਿ ਮੇਰੇ ਕਹਿਆਂ ਜੇ ਸਤਿਗੁਰੂ ਤੁਹਾਨੂੰ ਦਰਸ਼ਨ ਦੇ ਦੇਣ
ਤੇ ਤੁਹਾਡਾ ਭਲਾ ਹੋਵੇ। ਇਹਦੇ ਵਿੱਚ ਹੋਰ ਮੈਨੂੰ ਕੀ ਚਾਹੀਦਾ ਹੈ, ਮੈਂ ਇਹ ਜ਼ਰੂਰ ਬੇਨਤੀ ਕਰਾਂਗਾ। ਸਭ ਕੋਲੇ ਨਿਜ ਸੰਗ ਗਿਓ। ਭਾਈ ਬੱਲੂ ਜੀ ਸਾਰੀ ਸੰਗਤ ਨੂੰ ਆਪਣੇ ਨਾਲ ਲੈ ਕੇ ਚੁਬਾਰਾ ਸਾਹਿਬ ਗਏ। ਦਰ ਖਰੇ ਕਰੇ ਤੈ ਬਿਨੇ ਉਚਾਰ। ਸੰਗਤ ਨੂੰ ਬਾਹਰ ਖੜਾ ਕਰ ਦਿੱਤਾ ਤੇ ਭਾਈ ਬੱਲੂ ਜੀ ਅੰਦਰ ਗਏ। ਉਹ ਦਰਵਾਜ਼ਾ ਖੋਲ ਸਕਦੇ ਸਨ, ਉਹਨਾਂ ਨੂੰ ਆਗਿਆ ਸੀ। ਗੁਰੂ ਸਾਹਿਬ ਦੇ ਨਿਕਟਵਰਤੀ ਹਜ਼ੂਰੀ ਸੇਵਾਦਾਰ ਨੇ। ਅੰਦਰ ਗਏ ਸਤਿਗੁਰਾਂ ਦੇ ਪਾਸ। ਆਪ ਨਿਕਟ ਸਤਿਗੁਰ ਕੇ ਗਮਨਿਓ। ਆਪ ਭਾਈ ਬੱਲੂ ਜੀ ਸਤਿਗੁਰਾਂ ਦੇ ਕੋਲ ਗਏ। ਬਾਕੀ ਸਾਰੀ ਸੰਗਤ ਨੂੰ ਆਖਿਆ ਤੁਸੀਂ ਇੱਥੇ ਬਾਹਰ ਖਲੋਵੋ। ਹਾਥ ਜੋੜ ਹੋਏ ਸਮੁਖ ਬਖਾਨ। ਭਾਈ ਬੱਲੂ ਜੀ ਸਤਿਗੁਰਾਂ ਦੇ ਸਨਮੁਖ ਆ ਕੇ ਹੱਥ ਜੋੜ ਕੇ ਖਲੋ ਗਏ। ਸਭ ਕਟ ਅੰਤਰ ਜਾਮੀ ਹੈ ਪ੍ਰਭ। ਬੇਨਤੀ ਕਰਨ ਲੱਗੇ। ਮਹਾਰਾਜ ਜੀ ਸਮਾਧੀ ਸਥਿਤ ਸਨ। ਭਾਈ ਬੱਲੂ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਘਟ ਘਟ ਦੇ ਜਾਣਨ ਵਾਲੇ ਅੰਤਰਜਾਮੀ ਸੁਆਮੀ, ਸਭ ਦਿਆਂ ਦਿਲਾਂ ਦੀਆਂ ਬੁੱਝਣ ਵਾਲੇ ਸੁਆਮੀ, ਹੇ ਅੰਤਰਜਾਮੀ ਪੁਰਖ ਵਿਧਾਤੇ ਸੁਆਮੀ ਜੀ। ਵਹਿਰ ਕਰੀ ਸੰਗਤ ਹਿਤਵਾਨ। ਮਹਾਰਾਜ ਬਾਹਰ ਸੰਗਤ ਖੜੀ ਹੈ ਜੋ ਤੁਹਾਡੇ ਨਾਲ ਹਿੱਤ ਕਰਦੀ ਹੈ। ਸੰਗਤ ਖੜੀ ਹੈ ਜਿਨ੍ਹਾਂ ਦੇ ਦਿਲਾਂ ਵਿੱਚ ਤੁਹਾਡੀ ਪ੍ਰੀਤ ਹੈ, ਤੁਹਾਡਾ ਪ੍ਰੇਮ ਹੈ। ਦਰਸ਼ਨ ਕੋ ਅਭਿਲਾਖਿਤ ਉਰ ਮੈਂ। ਸਾਰਿਆਂ ਦੇ ਮਨਾਂ ਵਿੱਚ ਤੁਹਾਡੇ ਦਰਸ਼ਨਾਂ ਦੀ ਅਭਿਲਾਖਾ ਹੈ। ਸਭ ਦੇ ਮਨਾਂ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ। ਜੇ ਸਿੱਖੀ ਮੈਂ ਰਹਿ ਸਾਵਧਾਨ। ਜਿਹੜੇ ਸਿੱਖੀ ਵਿੱਚ ਸਾਵਧਾਨ ਰਹਿਣਗੇ। ਮਹਾਰਾਜ ਜਿਹੜੇ ਸਿੱਖੀ ਵਿੱਚ ਸਾਵਧਾਨ ਹਨ। ਤਰਸ ਸ਼ੁਕਤ ਜਲ ਕੋ ਜਿਮ ਕਾਂਖਤ। ਮਹਾਰਾਜ ਜਿਵੇਂ ਕੋਈ ਦਰਖਤ ਸੁੱਕਦਾ ਹੋਵੇ ਨਾ ਪਾਣੀ ਬਿਨਾਂ, ਤੇ ਉਹਨੂੰ ਪਾਣੀ ਦੀ ਲੋੜ ਹੁੰਦੀ ਹੈ, ਤੇ ਪਾਣੀ ਮਿਲ ਜਾਏ ਤੇ ਸੁੱਕਿਆ ਦਰਖਤ ਹਰਾ ਹੋ ਜਾਂਦਾ ਹੈ। ਪਿਤ ਦੇਖਨ ਸੁਤ ਚਾਹਾ ਮਹਾਨ। ਜਿਵੇਂ ਕਿਸੇ ਪੁੱਤਰ ਨੂੰ ਪਿਤਾ ਵੇਖਣ ਦੀ ਕਾਂਖਾ ਹੋਵੇ, ਪਿਤਾ ਤੋਂ ਚਿਰਾਂ ਤੋਂ ਵਿਛੜਿਆ ਹੋਵੇ ਨਾ ਪੁੱਤਰ, ਤੇ ਉਹਨੂੰ ਆਪਣੇ ਪਿਤਾ ਦੇ ਦਰਸ਼ਨਾਂ ਦੀ ਇੱਛਾ ਹੁੰਦੀ ਹੈ। ਬਿਨੇ ਸੁਨੀ ਲਖ ਸਿੱਖਨ ਮਨ ਕੀ। ਜਿਵੇਂ ਮਹਾਰਾਜ ਸਿੱਖ ਤੁਹਾਡੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਖੜੇ ਨੇ। ਤੁਹਾਡੇ ਦਰਸ਼ਨ ਇਹਨਾਂ ਵਾਸਤੇ ਜਲ ਰੂਪ ਹਨ। ਤੁਹਾਡੇ ਦਰਸ਼ਨ ਮਹਾਰਾਜ ਇਹਨਾਂ ਵਾਸਤੇ ਪਿਤਾ ਦੇ ਦਰਸ਼ਨ ਹਨ। ਤੁਸੀਂ ਇਹ ਸਾਰੇ ਸਿੱਖ ਤੁਹਾਡੇ ਪੁੱਤਰ ਹਨ, ਬੱਚੇ ਹਨ, ਸਭ ਤੁਹਾਡੇ ਦਰਸ਼ਨਾਂ ਨੂੰ ਚਾਹੁੰਦੇ ਨੇ। ਇਹ ਬੇਨਤੀ ਜਦੋਂ ਸਤਿਗੁਰੂ ਜੀ ਨੇ ਸੁਣੀ ਭਾਈ ਬੱਲੂ ਜੀ ਦੇ ਮੁਖੋਂ, ਬੋਲੇ ਸ਼੍ਰੀ ਸਤਿਗੁਰ ਸੁਖ ਖਾਨ। ਸੁੱਖਾਂ ਦੀ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ। ਤਨੋ ਚੰਦੋਆ ਸੁੰਦਰ ਉਪਰ। ਆਖਿਆ ਜਾਓ ਭਾਈ ਬੱਲੂ ਜੀ ਦੀਵਾਨ ਸਜਾਓ ਫਿਰ ਬਾਹਰ। ਗੁਰੂ ਨਾਨਕ ਦੀ ਗੱਦੀ ਦੇ ਸਤਕਾਰ ਵਜੋਂ ਸੁੰਦਰ ਚੰਦੋਆ ਤਾਣੋ। ਸੋਹਣਾ ਚੰਦੋਆ ਤਾਣ ਕੇ ਥੱਲੇ ਸੁੰਦਰ ਤਖਤ ਸਜਾਓ। ਫਰਸ਼ ਕਰੋ ਬੈਠਨ ਇਸ ਥਾਨ। ਸੰਗਤ ਦੇ ਬੈਠਣ ਵਾਸਤੇ ਸੁੰਦਰ ਫਰਸ਼ ਵਿਛਾਓ, ਗਲੀਚੇ ਵਿਛਾਓ, ਜਿੱਥੇ ਸਾਰੀ ਸੰਗਤ ਬੈਠ ਸਕੇ। ਬੱਲੂ ਨੇ ਸਭ ਕੀ ਨਸ ਤਿਆਰੀ। ਭਾਈ ਬੱਲੂ ਜੀ ਨੇ 7 ਵਚਨ ਕਿਹਾ। ਝੱਟ ਬਾਹਰ ਜਾ ਕੇ ਸਿੱਖਾਂ ਨੂੰ ਨਾਲ ਲਿਆ। ਆਖਿਆ ਸਾਹਿਬ ਨੇ ਹੁਕਮ ਕਰ ਦਿੱਤਾ, ਚੰਦੋਆ ਤਾਣੀਏ, ਸੁੰਦਰ ਦੀਵਾਨ ਸਜਾਈਏ ਸਤਿਗੁਰਾਂ ਦਾ। ਕਹਿੰਦੇ ਭਾਈ ਬੱਲੂ ਜੀ ਨੇ ਜਾ ਕੇ ਨਾਲ ਸਿੱਖਾਂ ਨੂੰ ਲੈ ਕੇ ਸਭ ਤਿਆਰੀ ਕੀਤੀ। ਜਿਉਂ ਜਿਉਂ ਸ਼੍ਰੀ ਗੁਰ ਕੀਨ ਬਖਾਨ। ਜਿਵੇਂ ਜਿਵੇਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹੈ, ਆਏ ਸਿੰਘਾਸਨ ਪਰ ਤਬ ਬੈਠੇ। ਕਹਿੰਦੇ ਉਸੇ ਤਰ੍ਹਾਂ ਸੋਹਣਾ ਚੰਦੋਆ ਤਾਣਿਆ। ਚੰਦੋਏ ਥੱਲੇ ਮਹਾਰਾਜ ਜੀ ਦੀ ਗੱਦੀ ਲਗਾਈ। ਉਸ ਗੱਦੀ ਉੱਤੇ ਸੁੰਦਰ ਉਪਾਧਾਨ ਸਰਾਣਾ ਰੱਖਿਆ, ਸੇਜਾ ਬੰਦ ਵਿਛਾਇਆ। ਜਦੋਂ ਸਾਹਿਬ ਦਾ ਸਿੰਘਾਸਣ ਸਜ ਗਿਆ, ਅੱਗੇ ਗਿਲਮ ਗਲੀਚੇ ਵਿਛਾ ਦਿੱਤੇ ਗਏ ਸੰਗਤ ਦੇ ਬੈਠਣ ਨਿਮਿਤ। ਸੰਗਤ ਆ ਕੇ ਸਜ ਗਈ, ਬੈਠ ਗਈ। ਇਹਨੇ ਨੂੰ ਦੇਨ ਦੁਨੀਆਂ ਦੇ ਮਾਲਕ, ਜਿਨ੍ਹਾਂ ਦੇ ਨੇਤਰਾਂ ਵਿੱਚ ਪਰਮੇਸ਼ਰ ਦੀ ਭਗਤੀ ਦੀ ਮਸਤੀ ਹੈ, ਆਪਣੇ ਸਾਹਿਬ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਪ੍ਰੇਮ ਮੂਰਤ ਹੋਏ ਤੀਸਰੇ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਵਾਲੀਏ ਕੁਲ ਆਲਮ, ਨੂਰੇ ਸਰਵਰੇ ਕਾਇਨਾਤ ਬਣ ਕੇ ਸੰਸਾਰ ਦੇ ਸਿਰਜਣਹਾਰ ਰੂਪ ਹੋ ਕੇ ਮਾਨਵੀ ਸਰੀਰ ਦੀ ਰਚਨਾ ਵਿੱਚ ਆ ਕੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸਜੇ ਹਨ। ਸਤਿ ਸ੍ਰੀ ਅਕਾਲ। ਭਗਤ ਵਚਲ ਨਿਜ ਬਿਰਦ ਪਛਾਨ। ਸਾਹਿਬ ਦਾ ਬਿਰਦ ਹੈ ਭਗਤ ਵਛਲ।
ਭਗਤਾਂ ਨਾਲ ਪ੍ਰੇਮ ਕਰਦੇ ਆ ਨਾ, ਭਗਤਾਂ ਦੇ ਵਤਸ਼ਲ ਦਾ ਮਤਲਬ ਹੁੰਦਾ ਭਗਤਾਂ ਨੂੰ ਪਿਆਰ ਕਰਨ ਵਾਲੇ। ਭਗਤ ਵਛਲ ਬਿਰਦ ਦੀ ਪਾਲਣਾ ਸਤਿਗੁਰਾਂ ਨੇ ਕੀਤੀ ਹੈ। ਚੱਕਰਵਰਤ ਨ੍ਰਿਪ ਪੋਸ਼ਿਸ਼ ਪੈਰੇ, ਆ ਕੇ ਤਖਤ ਤੇ ਬੈਠੇ ਨੇ ਸਤਿਗੁਰੂ ਜੀ। ਜਿਵੇਂ ਕੋਈ ਚੱਕਰਵਰਤੀ ਰਾਜਾ ਆਪਣੀ ਪੁਸ਼ਾਕ ਬਦਲ ਕੇ ਨਵੀਂ ਪੁਸ਼ਾਕ ਪਹਿਨ ਕੇ ਤਖਤ ਤੇ ਬੈਠਦਾ ਹੈ, ਤਥਾ ਤ੍ਰਿਤੀਯੋ ਰੂਪ ਸੁਹਾਏ। ਇਸੇ ਤਰ੍ਹਾਂ ਤੀਸਰਾ ਜਾਮਾ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਨੇ ਤੀਸਰੇ ਕੇਵਲ ਬਾਹਰਲੇ ਸਰੀਰ ਦਾ ਜਾਮਾ ਧਾਰਨ ਕਰਕੇ ਤੀਜੇ ਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਦੇ ਰਹੇ ਨੇ। ਜਿਵੇਂ ਇੱਕ ਨਟ ਹੋਏ ਸਾਂਗ ਕਰੇ ਬੋ। ਖਾਲਸਾ ਜੀ, ਜਿਵੇਂ ਕੋਈ ਨੱਟ ਹੁੰਦਾ ਨਾ ਸਾਂਗ ਰਚਦਾ, ਉਹ ਕਦੇ ਕੁਝ ਬਣ ਕੇ ਵਿਖਾਉਂਦਾ ਲੋਕਾਂ ਨੂੰ, ਕਦੇ ਕੁਝ ਬਣ ਕੇ ਵਿਖਾਉਂਦਾ ਹੈ। ਬਦਲੇ ਭੇਖ ਜਗਤ ਦਿਖ ਰਾਏ, ਬਾਹਰੋਂ ਭੇਖ ਬਦਲ ਕੇ ਕਦੇ ਕਿਹੋ ਜਿਹਾ ਭੇਖ ਬਣਾ ਕੇ, ਕਦੇ ਕਿਹੋ ਜਿਹਾ ਬਣਾ ਕੇ ਲੋਕਾਂ ਨੂੰ ਵਿਖਾਉਂਦਾ ਹੈ। ਦੇਖ ਨਿਹਾਰ ਭਿੰਨ ਪਹਿਚਾਨੇ। ਜਿਹੜੇ ਅੱਗੇ ਲੋਕ ਵੇਖਦੇ ਹੁੰਦੇ ਨਾ ਉਹਦਾ ਸਾਂਗ, ਉਹ ਕਹਿੰਦੇ ਉਹਨਾਂ ਨੂੰ ਇਹ ਭੁਲੇਖਾ ਪੈਂਦਾ ਵੀ ਜਿਹੜਾ ਪਹਿਲਾਂ ਸੀ ਉਹ ਹੋਰ ਸੀ, ਹੁਣ ਹੋਰ ਹੈ। ਹਾਲਾਂਕਿ ਨੱਟ ਉਹੀ ਹੁੰਦਾ। ਉਹ ਹੁਣ ਝੱਟ ਪਹਿਲਾਂ ਜਿਹੜਾ ਸਾਂਗ ਹੁੰਦਾ ਦੁਬਾਰਾ ਦੂਜਾ ਬਣਾ ਕੇ ਪੇਸ਼ ਕਰਕੇ ਵਿਖਾ ਦਿੰਦਾ, ਫਿਰ ਤੀਜਾ, ਫਿਰ ਚੌਥਾ, ਪਰ ਨੱਟ ਇੱਕੋ ਹੀ ਹੁੰਦਾ। ਪਰ ਵੇਖਣ ਵਾਲੇ ਭਰਮ ਜਾਂਦੇ ਨੇ, ਉਹ ਕਹਿੰਦੇ ਇਹ ਵੱਖਰਾ ਹੈ, ਉਹ ਪਹਿਲਾ ਵੱਖਰਾ ਹੈ। ਸਭ ਕੀ ਮਤ ਕੋ ਦੇ ਬਿਰਮਾਏ। ਉਹ ਨੱਟ ਸਾਰਿਆਂ ਦੀ ਮਤ ਭਰਮਾ ਦਿੰਦਾ, ਸਭ ਨੂੰ ਉਲਝਾ ਲੈਂਦਾ ਹੈ। ਟਿਗਵਰਤੀ ਜੋ ਦਾਸ ਤਾਏ ਕੋ। ਪਰ ਉਸ ਨੱਟ ਦਾ ਜਿਹੜਾ ਜਮੂਰਾ ਹੁੰਦਾ ਨਾ ਉਹਦੇ ਨਾਲ, ਜਿਹੜਾ ਉਹਦੇ ਨਾਲ ਰਹਿੰਦਾ ਹੈ, ਲਖੇ ਸੋ ਇੱਕ ਬੋ ਬੇਖ ਬਣਾਏ। ਇਹਨੂੰ ਸਿਰਫ ਪਤਾ ਹੁੰਦਾ ਵੀ ਨੱਟ ਇੱਕੋ ਹੀ ਆ, ਬਸ ਭੇਖ ਹੀ ਬਦਲ ਰਿਹਾ। ਜਿਹੜਾ ਉਹਦਾ ਜਮੂਰਾ ਹੁੰਦਾ ਨਾ, ਉਹਦੇ ਨਾਲ ਰਹਿਣ ਵਾਲਾ ਉਸ ਨੱਟ ਦਾ ਸੇਵਕ, ਉਹਨੂੰ ਪਤਾ ਹੁੰਦਾ ਵੀ ਨੱਟ ਇੱਕੋ ਹੀ ਹੈ, ਇਹ ਕੇਵਲ ਭੇਖ ਹੀ ਬਦਲ ਰਿਹਾ, ਬਾਹਰ ਵੱਖਰੇ ਵੱਖਰੇ। ਤਿਮ ਸਤਿਗੁਰ ਕੋ ਸਿੱਖ ਸਮੀਪੀ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਸਮੀਪੀ ਸਿੱਖ ਨੇ ਨਾ ਗੁਰੂ ਕੇ, ਉਹ ਜਾਣਦੇ ਨੇ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਤੇ ਗੁਰੂ ਅਮਰਦਾਸ ਸਾਹਿਬ 'ਚ ਕੋਈ ਭੇਦ ਨਹੀਂ। ਪਰ ਜਿਹੜੇ ਕੱਚੇ ਪਿੱਲੇ ਨੇ ਸੰਸਾਰ ਦੇ ਲੋਕ, ਉਹ ਕਹਿੰਦੇ ਆ ਵੀ ਗੁਰੂ ਅੰਗਦ ਸਾਹਿਬ ਹੋਰ ਸੀ, ਗੁਰੂ ਨਾਨਕ ਸਾਹਿਬ ਹੋਰ ਨੇ, ਗੁਰੂ ਅਮਰਦਾਸ ਸਾਹਿਬ ਹੋਰ ਨੇ। ਉਹਨਾਂ ਨੂੰ ਵੱਖਰਾ ਵੱਖਰਾ ਸਰੂਪ ਦਿਸਦਾ। ਪਰ ਜਿਹੜੇ ਸਤਿਗੁਰਾਂ ਦੇ ਨਿਕਟਵਰਤੀ ਸੇਵਕ ਨੇ ਨਾ ਮਹਾਰਾਜ ਜੀ ਦੇ ਸਿੱਖ, ਉਹ ਨਹੀਂ ਭੇਦ ਸਮਝਦੇ। ਉਹ ਕਹਿੰਦੇ ਗੁਰੂ ਨਾਨਕ ਅੰਗਦ ਕਰ ਮਾਨਾ। ਗੁਰੂ ਨਾਨਕ ਸਾਹਿਬ ਗੁਰੂ ਅੰਗਦ ਰੂਪ ਹੋ ਗਏ ਨੇ, ਔਰ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਰੂਪ ਹੋ ਗਏ ਨੇ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਇੱਕੋ ਹੀ ਰੂਪ ਨੇ, ਕੋਈ ਫਰਕ ਨਹੀਂ। ਸੋ ਜਾਣੇ ਇੱਕ ਜੋਤ ਜਗੰਤ। ਕੇਵਲ ਸਿੱਖੇ ਜਾਣਦੇ ਹਨ ਕਿ ਇੱਕੋ ਹੀ ਜੋਤ ਜਗ ਰਹੀ ਹੈ। ਜਿਵੇਂ ਕਹਿਆ ਨਾ, ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕਹਿੰਦੇ ਜੋਤ ਉਹੀ ਜਗ ਰਹੀ ਹੈ। ਅਪਰ ਸਰੀਰ ਤਰਨ ਸਮ ਬੇਖ। ਕਹਿੰਦੇ ਜਿਹੜਾ ਦੂਸਰਾ ਸਰੀਰ ਤੀਸਰਾ ਸਰੀਰ ਧਾਰਿਆ, ਇਹ ਕੱਪੜਿਆਂ ਵਾਂਗੂ ਸਰੀਰ ਬਦਲਿਆ ਹੈ। ਸੋ ਦ੍ਰਿੜ ਮਤ ਰਾਖੇ ਨਹੀਂ ਭੁਲੰਤ। ਉਹ ਸਿੱਖਾਂ ਦੀ ਮਤ ਦ੍ਰਿੜ ਹੈ, ਉਹ ਕਦੇ ਨਹੀਂ ਭਰਮਦੇ, ਉਹ ਕਦੇ ਭੁਲੇਖੇ 'ਚ ਨਹੀਂ ਪੈਂਦੇ। ਕੋਈ ਲੱਖ ਭੁਲੇਖਾ ਪਾਣਾ ਵੀ ਚਾਹੇ, ਸਿੱਖ ਕਦੇ ਭੁਲੇਖੇ 'ਚ ਨਹੀਂ ਪੈਂਦਾ ਕਿ 10 ਮੂਰਤਾਂ ਵਿੱਚ ਕੋਈ ਫਰਕ ਹੈ। ਕਹਿੰਦੇ ਕੇਵਲ ਸਰੀਰਾਂ ਦਾ ਫਰਕ ਹੈ, ਅੰਦਰ ਜੋਤ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਵਿੱਚ ਆ, ਉਹੀ 10ਵੇਂ ਪਾਤਸ਼ਾਹ ਵਿੱਚ ਹੈ। ਔਰ ਜਿਹੜੀ 10 ਗੁਰੂਆਂ ਦੀ ਜੋਤ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਹੈ। ਕੋਈ ਫਰਕ ਨਹੀਂ। ਗੁਰਸਿੱਖ ਕਦੇ ਵੀ ਭੇਦ ਨਹੀਂ ਸਮਝਦਾ। ਹਾਂਜੀ, ਸ਼੍ਰੀ ਨਾਨਕ ਅੰਗਦ ਅਬਸੋ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਹੀ ਗੁਰੂ ਅੰਗਦ ਰੂਪ ਹੋਏ। ਇਹ ਬੈਠੇ ਤਖਤ ਸੁਹਾਏ ਮਹੰਤ। ਗੁਰੂ ਅੰਗਦ ਹੁਣ ਗੁਰੂ ਅਮਰਦਾਸ ਸਾਹਿਬ ਹੋ ਕੇ ਤਖਤ ਤੇ ਸ਼ੋਭਨੀਕ ਹੋ ਰਹੇ ਨੇ। ਆਇਸ ਪਾਏ ਨਿਕਟ ਸਭ ਆਏ। ਗੁਰਦੇਵ ਦੀ ਆਗਿਆ ਪ੍ਰਾਪਤ ਕਰਕੇ ਜਿੰਨੇ ਦਰਸ਼ਨ ਅਭਲਾਖੀ ਸਨ, ਸਭ ਸਾਰੇ ਚੱਲ ਕੇ ਆਏ। ਬੰਦਨ ਕਰ ਅਕੋਰੇ ਅਰ ਪੰਤ। ਠਾਕੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਗੁਰਦੇਵ ਦੇ ਚਰਨਾਂ 'ਚ ਭਟਾਵਾਂ ਅਰਪਣ ਕਰਦੇ ਹਨ। ਦਰਸ਼ਨ ਕਰ ਕਰ ਆਨੰਦ ਧਰ ਧਰ। ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ, ਪਰਮ ਆਨੰਦ ਸਹਿਤ ਆਨੰਦ ਧਾਰਦੇ ਹਨ। ਮਿਲ ਮਿਲ ਗੁਣ ਕਹਿ ਕਹਿ ਸਹਿ ਪ੍ਰੇਮ। ਸਤਿਗੁਰਾਂ ਨਾਲ ਮਿਲ ਕੇ ਗੁਰਦੇਵ ਦੇ ਗੁਣਾਂ ਨੂੰ ਕਹਿੰਦੇ ਹਨ।
ਸਤਿਗੁਰਾਂ ਦੇ ਗੁਣਾਂ ਨੂੰ ਵਰਣਨ ਕਰਦੇ ਹਨ। ਉਦਿਓ ਗਿਆਨ ਰਵ ਹਰ ਅਗਿਆਨ ਤਮ। ਕਹਿੰਦੇ ਹਿਰਦ ਇਉਂ ਜਾਪਦਾ ਜਿਵੇਂ ਗਿਆਨ ਦਾ ਸੂਰਜ ਚੜ ਗਿਆ ਹੋਵੇ ਔਰ ਅਗਿਆਨਤਾ ਦਾ ਤਮ ਹਨੇਰਾ ਦੂਰ ਹੋ ਗਿਆ ਹੈ। ਉਰੇ ਕਾਮਨਾ ਪ੍ਰਾਪਤ ਛੇਮ। ਸਤਿਗੁਰੂ ਜੀ ਸਭ ਦੀਆਂ ਕਾਮਨਾਵਾਂ ਪੂਰੀਆਂ ਕਰ ਰਹੇ ਨੇ। ਸਭ ਨੂੰ ਗੁਰਦੇਵ ਕੋਲੋਂ ਕਲਿਆਣ ਤੇ ਮੋਕਸ਼ ਦੀ ਪ੍ਰਾਪਤੀ ਹੋ ਰਹੀ ਹੈ। ਬੁੱਢੇ ਆਦਿਕ ਸਿੱਖ ਸਕਲ ਜੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਰ ਜਿੰਨੇ ਗੁਰ ਸਿੱਖ ਹਨ ਹਿਰਦੇ ਸੁਧ ਤਪਤਿਓ ਜਿਮ ਹੇਮ। ਕਹਿੰਦੇ ਸਭ ਦੇ ਹਿਰਦੇ ਇਉਂ ਸ਼ੁੱਧ ਨੇ ਜਿਵੇਂ ਕੋਈ ਸੋਨਾ ਨਹੀਂ ਤਪਾ ਕੇ ਬਿਲਕੁਲ ਸ਼ੁੱਧ ਕੀਤਾ ਹੁੰਦਾ। ਕਹਿੰਦੇ ਇਉਂ ਸਭ ਦੇ ਹਿਰਦੇ ਸ਼ੁੱਧ ਹਨ। ਨਮਰ ਹੋਏ ਕਰ ਬੈਠ ਗਏ ਟਿਗ। ਉਹ ਸਾਰੇ ਗੁਰ ਸਿੱਖ ਜਿਨ੍ਹਾਂ ਦੇ ਹਿਰਦੇ ਸ਼ੁੱਧ ਹੇਮ ਵਾਂਗੂ 12 ਵੰਨੀ ਦੇ ਸੋਨੇ ਵਾਂਗੂ ਸ਼ੁੱਧ ਨੇ ਉਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬੈਠ ਗਏ। ਜਿਨ ਕੇ ਮਨ ਸਿੱਖੀ ਕਹੋ ਨੇਮ। ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਕੀ ਸਿੱਖੀ ਦਾ ਨੇਮ ਹੈ, ਸਤਿਗੁਰਾਂ ਦੀ ਸਿੱਖੀ ਦਾ ਮਰਿਆਦਾ ਹੈ। ਸ਼ਬਦ ਕੀਰਤਨ ਹੋਣ ਲੱਗੀ ਹੋ ਤਬ। ਗੁਰੂ ਦਰਬਾਰ ਵਿੱਚ ਸ਼ਬਦ ਕੀਰਤਨ ਹੋਣ ਲੱਗਾ, ਗੁਰਬਾਣੀ ਦਾ ਕੀਰਤਨ ਹੋਣ ਲੱਗਾ। ਕਰੇ ਰਬਾਬੀ ਰਾਗ ਆਲਾਪ। ਰਬਾਬੀ ਬੈਠੇ ਰਾਗ ਆਲਾਪਦੇ ਹਨ, ਸੋਹਣੇ ਰਾਗਾਂ ਵਿੱਚ ਕੀਰਤਨ ਕਰਦੇ ਹਨ। ਸ਼੍ਰੀ ਗੁਰ ਕੋ ਦਰਬਾਰ ਲੱਗਿਓ। ਸਤਿਗੁਰੂ ਜੀ ਦਾ ਸੋਹਣਾ ਦਰਬਾਰ ਸਜਿਆ, ਦੀਵਾਨ ਸਜਿਆ। ਇਹੋ ਜਿਹਾ ਸੁੰਦਰ ਦਰਬਾਰ ਹੈ ਕਿ ਕਰੋੜਾਂ ਇੰਦਰ ਦੀਆਂ ਸਵਰਗਪੁਰੀਆਂ ਦੀ ਬਰਾਬਰੀ ਜੇ ਇੱਕ ਪਾਸੇ ਰੱਖ ਦਿੱਤੀ ਜਾਵੇ ਤਾਂ ਵੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਸੋਭਾ ਦੇ ਮਨਿੰਦ ਨਹੀਂ ਹੁੰਦੀ। ਪਿਕ ਸਿੱਖਨ ਕੈ ਮਨ ਆਨੰਦ ਥਾਪ। ਗੁਰਦੇਵ ਦੇ ਦਰਬਾਰ ਦੇ ਦਰਸ਼ਨ ਕਰਕੇ ਸਿੱਖਾਂ ਦਾ ਹਿਰਦਾ ਆਨੰਦ ਨਾਲ ਭਰ ਗਿਆ ਹੈ। ਸੁਨੇ ਸ਼ਬਦ ਨਿਜ ਭਾਗ ਬੜੇ ਲਖ। ਤੇ ਸਭ ਸ਼ਬਦ ਸੁਣਦੇ ਨੇ ਸਤਿਗੁਰਾਂ ਦੇ ਔਰ ਆਪਣੇ ਵੱਡੇ ਭਾਗ ਜਾਣਦੇ ਹਨ। ਬਿਦਤਿਓ ਜੈ ਕੈ ਗੁਰ ਪ੍ਰਤਾਪ। ਸਤਿਗੁਰਾਂ ਦਾ ਮਹਾਨ ਪ੍ਰਤਾਪ ਸਰਬ ਥਾਈਂ ਵਿਦਤ ਹੋ ਰਿਹਾ ਹੈ, ਪ੍ਰਗਟ ਹੋ ਰਿਹਾ ਹੈ। ਗੁਰੂ ਪਾਤਸ਼ਾਹ ਦੀ ਸੋਭਾ ਪ੍ਰਗਟ ਹੋ ਰਹੀ ਹੈ। ਥਾਪਿਓ ਥਾਪਨ ਸਭ ਕੇ ਸਮਰੱਥ। ਗਰੀਬ ਨਵਾਜ ਜੋ ਥਾਪਣ ਵਾਲੇ ਵੀ ਨੇ ਕੱਖ ਦੇ ਫੋਰ ਚ, ਉਹ ਥਾਪਨ ਕਹੀਏ ਵਿਲੈ ਕਰਨ ਵਾਲੇ ਵੀ ਨੇ। ਅੱਖ ਦੇ ਫੋਰ ਚ ਸਾਜ ਕੇ ਸਭ ਵਿਲੈ ਕਰਨ ਦੀ ਸਮਰੱਥਾ ਰੱਖਦੇ ਨੇ। ਪਾਪ ਕਲਾਪ ਖਾਪ ਹਰ ਜਾਪ। ਜਿਨ੍ਹਾਂ ਦਾ ਜਾਪ ਜਪਿਆ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਜਦੋਂ ਸਤਿਗੁਰਾਂ ਦੇ ਜਾਪ ਨੂੰ ਜਪੀਏ ਤੇ ਕਹਿੰਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹੈ। ਗੁਰ ਅਮਰਦਾਸ ਪਰਸੀਐ ਪੁਹਪ ਪਾਤਕ ਬਿਨਾਸੈ। ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੀਏ, ਉਹਨਾਂ ਦਾ ਭਜਨ ਕਰੀਏ ਤਾਂ ਇਸ ਧਰਤੀ ਤੇ ਕਮਾਏ ਜਿਤਨੇ ਵੀ ਪਾਪ ਨੇ ਸਾਰੇ ਹੀ ਨਸ਼ਟ ਹੋ ਜਾਂਦੇ ਹਨ। ਐਸਾ ਸਤਿਗੁਰਾਂ ਦੇ ਨਾਮ ਦਾ ਪ੍ਰਤਾਪ ਹੈ। ਦੋਹਰਾ ਗੁਰ ਤਾਗਾਦੀ ਪਰ ਥੇਰੇ ਤ੍ਰਿਤੀਓ ਰੂਪ ਨਵੀਨ। ਗੁਰ ਗੱਦੀ ਦੇ ਰੱਥ ਉੱਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਥਿਰ ਹੋਏ ਨੇ। ਤੀਸਰਾ ਸਵਰੂਪ ਹੈ ਗੁਰੂ ਨਾਨਕ ਸਾਹਿਬ ਦਾ ਨਵਾਂ, ਤੀਸਰਾ ਸਵਰੂਪ ਹੈ। ਬੁੱਢੇ ਆਦਿਕ ਸਿੱਖ ਸਭ ਉਸਤਤ ਕਰਤ ਪ੍ਰਬੀਨ। ਬਾਬਾ ਬੁੱਢਾ ਸਾਹਿਬ ਤੇ ਬਾਕੀ ਸਿੱਖ ਮਹਾਰਾਜ ਜੀ ਦੀ ਉਸਤਤ ਕਰਦੇ, ਬੜੇ ਸਿਆਣੇ ਸਿੱਖ ਨੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਉਸਤਤ ਕਰਦੇ ਹਨ। ਤਿਰਭੰਗੀ ਚੰਦ। ਸੁਣੋ ਜੀ, ਉਸਤਤ ਤਿਰਭੰਗੀ ਛੰਦ ਚ ਵਰਣਨ ਕਰਦੇ ਹਨ। ਕਲ ਯੁਗ ਨਰ ਤਾਰਨ ਲਖ ਏ ਕਾਰਨ। ਕਲਯੁਗ ਦੇ ਜੀਵਾਂ ਨੂੰ ਤਾਰਨੇ ਵਾਸਤੇ ਲਖ ਇਹ ਕਾਰਨ ਜਾਣ ਕੇ ਤਨ ਕੋ ਤਾਰਨ ਕੀਨ ਪ੍ਰਭੂ। ਸਰੀਰ ਧਾਰਨ ਕੀਤਾ ਹੈ ਗੁਰੂ ਅਮਰਦਾਸ ਸਾਹਿਬ ਨੇ। ਕਲਯੁਗ ਦੇ ਨਰਾਂ ਨੂੰ ਤਾਰਨੇ ਵਾਸਤੇ ਇਸੇ ਕਾਰਨ ਲਈ ਆਪਣਾ ਇਹ ਸਰੀਰ ਧਾਰਨ ਕੀਤਾ। ਤੀਸਰੇ ਪਾਤਸ਼ਾਹ ਜੀਓ ਆਪ ਜੀ ਨੇ। ਸਿੱਖਨ ਹਿਤਕਾਰੀ ਜਮ ਪੈ ਹਾਰੀ। ਮਹਾਰਾਜ ਜੀ ਤੁਸੀਂ ਸਿੱਖਾਂ ਦੇ ਹਿਤਕਾਰੀ ਹੋ, ਆਪਣੇ ਸਿੱਖਾਂ ਦੇ ਜਮਾਂ ਦੇ ਭੈ ਨੂੰ ਨਿਵਾਰਨ ਵਾਲੇ ਹੋ। ਭਗਤ ਬਿਥਾਰੀ ਆਪ ਵਿਭੋ। ਇਹ ਪ੍ਰਭੂ ਆਪ ਪ੍ਰਗਟ ਹੋ ਕੇ ਆਪ ਜੀ ਦੇ ਸੰਸਾਰ 'ਚ ਪ੍ਰਭੂ ਭਗਤੀ ਨੂੰ ਪ੍ਰਗਟ ਕੀਤਾ ਹੈ। ਦਾਸਨ ਸੁਖ ਦਾਤਾ
ਪੁਰਖ ਵਿਦਾਤਾ। ਮਹਾਰਾਜ ਜੀ ਤੁਸੀਂ ਆਪਣਿਆਂ ਦਾਸਾਂ ਨੂੰ ਸੁਖ ਦੇਣ ਵਾਲੇ ਹੋ, ਪੁਰਖ ਵਿਧਾਤੇ ਹੋ, ਅਕਾਲ ਪੁਰਖ ਦਾ ਰੂਪ ਹੋ। ਅਨ ਪੈ ਰਾਤਾ ਰੂਪ ਥਿਰੇ। ਮਹਾਰਾਜ ਜੀ ਭੈ ਤੋਂ ਰਹਿਤ ਹੋ, ਆਪ ਜੀ ਦਾ ਸੁੰਦਰ ਸਵਰੂਪ ਇਸ ਤਖਤ ਦੇ ਉੱਤੇ ਇਸ ਵੇਲੇ ਥਿਰ ਹੋਇਆ ਹੈ। ਵਾਹਿਗੁਰੂ ਰੂਪ ਹੋ ਕੇ ਪ੍ਰਗਟ ਹੋਏ ਹੋ। ਜੈ ਜੈ ਗੁਰਦੇਵਾ ਅਲਖੇ ਅਪੇਵਾ। ਏ ਗੁਰਦੇਵ ਆਪ ਜੀ ਦੀ ਜੈ ਜੈਕਾਰ ਹੋਵੇ। ਆਪ ਦੀ ਅਲਖ ਨਾ ਲਖੇ ਜਾਣ ਵਾਲੇ ਭੇਦ ਤੋਂ ਰਹਿਤ ਹੋ। ਸੁਰ ਨਰ ਸੇਵਾ ਦੇਵ ਹਰੇ। ਸੁਰ ਨਰ ਦੇਵਤੇ ਸਭ ਤੁਹਾਨੂੰ ਹੀ ਸੇਵਦੇ ਨੇ ਮਹਾਰਾਜ, ਤੁਹਾਨੂੰ ਹੀ ਆਰਾਧਦੇ ਹਨ। ਕਲ ਕਲੁਖ ਨਿਕੰਦਨ ਜਗ ਗੁਰ ਬੰਦਨ। ਕਲਯੁਗ ਦੇ ਪਾਪਾਂ ਨੂੰ ਕੱਟਣ ਵਾਲੇ ਸਾਰੇ ਜਗਤ ਦੇ ਗੁਰੂ ਬੰਦਨੀਏ ਹੋ ਤੁਸੀਂ। ਤਾਰੋ ਮੰਦਨ ਕਰ ਕਰੁਣਾ। ਸਾਡੇ ਵਰਗੇ ਮੰਦ ਬੁੱਧੀ ਜੀਵਾਂ ਨੂੰ ਤੁਸੀਂ ਤਾਰਨੇ ਵਾਲੇ ਹੋ ਮਹਾਰਾਜ। ਆਪ ਜੀ ਦੇ ਚਰਨਾਂ ਤੇ ਸਾਡੀ ਪ੍ਰਣਾਮ ਹੈ। ਸਭ ਕੇ ਸੁਆਮੀ ਅੰਤਰਜਾਮੀ। ਮਹਾਰਾਜ ਤੁਸੀਂ ਸਾਰਿਆਂ ਦੇ ਸੁਆਮੀ ਹੋ, ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹੋ। ਨਿਤ ਨਿਸ਼ਕਾਮੀ ਦੁਖ ਦਰਨਾ। ਮਹਾਰਾਜ ਨਿਤ ਨਿਸ਼ਕਾਮ ਕਰਨ, ਜਿਹੜੇ ਨਿਸ਼ਕਾਮ ਹੋ ਕੇ ਤੁਹਾਡੀ ਸੇਵਾ ਕਰਦੇ ਐ, ਉਹਨਾਂ ਦੇ ਤੁਸੀਂ ਦੁੱਖ ਦਲ ਦਿੰਦੇ ਹੋ, ਦੂਰ ਕਰ ਦਿੰਦੇ ਹੋ। ਔਰ ਇੱਛਾ ਪੂਰਨ ਸ਼ਤਰੂ ਚੂਰਨ। ਆਪਣਿਆਂ ਸੇਵਕਾਂ ਦੀਆਂ ਇੱਛਾਵਾਂ ਪੂਰੀਆਂ ਕਰਕੇ ਸੇਵਕਾਂ ਦੇ ਸ਼ਤਰੂਆਂ ਦਾ ਨਾਸ਼ ਕਰਨ ਵਾਲੇ ਹੋ। ਦਾਸਨ ਤੂਰਨ ਦੇ ਸਰਨਾ। ਆਪਣਿਆਂ ਦਾਸਾਂ ਨੂੰ ਝੱਟ ਆਪਣੀ ਸ਼ਰਨ ਦੇਣ ਵਾਲੇ ਹੋ। ਜੈ ਜੈ ਗੁਰ ਅਮਰੰ ਪਤ ਸਭ ਅਮਰੰ। ਏ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਤੁਹਾਡੀ ਜੈ ਹੋਵੇ, ਜੈ ਹੋਵੇ। ਤੁਸੀਂ 33 ਕਰੋੜ ਦੇਵਤਿਆਂ ਦੇ ਵੀ ਪੂਜਨੀਕ ਹੋ, ਦੀਵਾਨ ਦੇਵ ਹੋ। ਸਦ ਅਜ ਅਮਰੰਗ ਹਮ ਪਰਨਾ। ਸਦਾ ਹੀ ਅਜਨਮਾ ਹੋ। ਅਮਰੰਗ ਦਾ ਮਤਲਬ ਜਿਨ੍ਹਾਂ ਦਾ ਕਦੇ ਵੀ ਵਿਨਾਸ਼ ਨਾ ਹੋਵੇ, ਵਿਨਾਸ਼ੀ ਪੁਰਖ ਹੋ। ਹੇ ਸੁਆਮੀ ਅਸੀਂ ਸਭ ਤੁਹਾਡੀ ਸ਼ਰਨ ਵਿੱਚ ਹਾਂ। ਹੇ ਗੁਰੂ ਅਮਰਦਾਸ ਜੀ ਅਸੀਂ ਸਭ ਤੁਹਾਡੀ ਸ਼ਰਨ ਵਿੱਚ ਹਾਂ। ਪਾਦੜੀ ਛੰਦ ਇਸ ਪਾਤ ਸਿੱਖ ਸਭ ਉਸਤਤ ਕੀਨ। ਏਦਾਂ ਸਿੱਖਾਂ ਨੇ ਗੁਰੂ ਸਾਹਿਬ ਦੀ ਉਸਤਤੀ ਕੀਤੀ। ਇਮ ਦੇਉ ਦਰਸ ਹਮ ਕੋ ਪ੍ਰਬੀਨ। ਮਹਾਰਾਜ ਇਸੇ ਤਰ੍ਹਾਂ ਦਰਸ਼ਨ ਦਿੰਦੇ ਰਹੋ। ਦਾਸਨ ਮਜਾਰ ਬੈਠੋ ਸਦੀਵ। ਏਦਾਂ ਆਪਣਿਆਂ ਸੇਵਕਾਂ ਦਾਸਾਂ ਵਿੱਚ ਸਦੀਵ ਬੈਠ ਕੇ ਦਰਸ਼ਨ ਦਿਓ। ਸਭ ਕੋ ਅਲਮ ਅਬ ਆਪ ਥੀਵ। ਤੁਸੀਂ ਸਾਰਿਆਂ ਦਾ ਲੰਬ ਹੋ, ਆਸਰਾ ਹੋ ਮਹਾਰਾਜ ਜੀ। ਸ਼੍ਰੀ ਨਾਨਕ ਅੰਗਦ ਰੂਪ ਦੋਏ। ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੇ ਦੋਵੇਂ ਰੂਪ ਆਪ ਵਿੱਚ ਹੀ ਹਨ। ਪਰ ਲੋਕ ਗਮਨ ਬੈਕੁੰਠ ਸੋਏ। ਉਹ ਤਾਂ ਬੈਕੁੰਠ ਚਲੇ ਗਏ ਹਨ। ਗੁਰ ਭਏ ਆਪ ਤਿਨ ਕੇ ਸਥਾਨ। ਆਪ ਜੀ ਤਿਨਾਂ ਦੇ ਸਥਾਨ ਤੇ ਇਸ ਵੇਲੇ ਗੁਰਦੇਵ ਹੋ। ਦੇਉ ਨਾਮਦਾਨ ਤਾਰੋ ਜਹਾਨ। ਸਾਨੂੰ ਨਾਮਦਾਨ ਦੇ ਕਿਸ ਜਹਾਨ ਤੋਂ ਤਾਰੋ। ਸੁਨ ਬਿਨੇ ਸਬਨ ਤੇ ਉਚਿਤ ਜੋਏ। ਸਭ ਦੀ ਬੇਨਤੀ ਗੁਰਦੇਵ ਨੇ ਸੁਣੀ ਜੋ ਉਚਿਤ ਸੀ। ਮੁਖ ਪਨਿਓ ਭਲੇ ਏ ਰੀਤ ਹੋਏ। ਸਤਿਗੁਰਾਂ ਆਖਿਆ ਹਾਂ ਹੁਣ ਇਹ ਰੀਤ ਨਿਤ ਹੋਵੇਗੀ, ਨਿਤ ਦੀਵਾਨ ਸਜਣਗੇ। ਸਿੱਖਨ ਮਜਾਰ ਹਮਰੋ ਨਿਵਾਸ। ਸਾਡਾ ਨਿਵਾਸ ਗੁਰਸਿੱਖਾਂ ਵਿੱਚ ਹੈ। ਚਿਤ ਚਾਹੇ ਸਦਾ ਪੂਰੇ ਸੋਆਸ। ਜੋ ਸਾਡੇ ਸਿੱਖ ਚਾਹਣਗੇ ਉਹਨਾਂ ਦੀ ਆਸ ਪੂਰੀ ਹੋਵੇਗੀ ਸਦਾ। ਗੁਰਸਿੱਖ ਤਨ ਵੱਡ ਭਾਗ ਹੋਏ। ਗੁਰੂ ਕੇ ਸਿੱਖ ਧਨ ਨੇ ਜਿਨ੍ਹਾਂ ਦੇ ਭਾਗ ਵੱਡੇ ਹਨ। ਤਿਨ ਕੋ ਮਿਲਾਪ ਸਭ ਬਿਗਨ ਖੋਏ। ਉਹਨਾਂ ਦਾ ਮੇਰੇ ਨਾਲ ਮਿਲਾਪ ਹੋਵੇਗਾ, ਸਭ ਦੇ ਵਿਘਨ ਦੂਰ ਹੋਣਗੇ। ਕਰ ਬਚ ਬਿਲਾਸ ਬੋ ਇਸ ਪ੍ਰਕਾਰ। ਤਾਂ ਸਤਿਗੁਰੂ ਜੀ ਨੇ ਸੰਗਤ ਨਾਲੇ ਬਚਨ ਬਿਲਾਸ ਕੀਤੇ ਹਨ। ਪੁਨ ਉਠਤ ਪਏ ਸ਼੍ਰੀ ਗੁਰ ਉਦਾਰ। ਸਤਿਗੁਰੂ ਜੀ ਤਖਤ ਤੋਂ ਉੱਠੇ ਹਨ, ਦੀਵਾਨ ਦੀ ਸਮਾਪਤੀ ਕੀਤੀ ਹੈ। ਇਮ ਨਿਤਾ ਪ੍ਰਤੀ ਦਰਸ਼ਨ ਦੇਤ। ਤਾਂ ਹੀ ਸਤਿਗੁਰੂ ਜੀ ਨਿਤਾ ਪ੍ਰਤੀ ਸੰਗਤ ਨੂੰ ਦਰਸ਼ਨ ਦਿੰਦੇ ਨੇ। ਪੁਨ ਆਏ ਸੰਗਤਾਂ ਬਹੁ ਨਿਕੇ। ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਮਹਾਰਾਜ ਜੀ ਦੇ ਘਰ। ਹਤ ਮੋਹ ਮਿਰਗ ਗੁਰ ਸ਼ੁਭਤ ਸਿੰਘ। ਸਤਿਗੁਰੂ ਜੀ ਮੋਹ ਰੂਪੀ ਹਿਰਣ ਨੂੰ ਮਾਰਨ ਵਾਸਤੇ ਬੱਬਰ ਸ਼ੇਰ ਦੇ ਸਮਾਨ ਹਨ। ਪਿਕ ਲਏ ਸੰਤੋਖ ਸਿੰਘ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਮਨ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਪਿਖ ਲਹਿ ਸੰਤੋਖ ਸਿੰਘ। ਵੇਖੋ ਕੈਸੀ ਸੁੰਦਰ ਛੰਦਾਬੰਦੀ ਹੈ।
ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕਰਕੇ ਸੰਤੋਖ ਮਿਲਦਾ ਸੰਤੋਖ ਸਿੰਘ ਨੂੰ, ਐਸੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੀਏ। ਮਹਾਰਾਜ ਜੀ ਦੀ ਨਿਤ ਕਿਰਿਆ ਨਿਤ ਵਿਵਹਾਰ ਕੀ ਸੀ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਜਿਸ ਪਿਆਰੇ ਸਿਉ ਨੇ ਹੋ, ਜਿਸ ਪਿਆਰੇ ਸਿਉ ਨੇ ਹੋ, ਜਿਸ ਪਿਆਰੇ ਸਿਉ ਨੇ ਹੋ, ਜਿਸ ਪਿਆਰੇ ਸਿਉ ਨੇ ਹੋ। ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ। ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ। ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ। ਤਾਂ ਕੈ ਪਾਛੈ ਜੀਵਣਾ, ਤਾਂ ਕੈ ਪਾਛੈ ਜੀਵਣਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤਹ ਕੈ ਸਦਾ ਸੰਗ, ਨੀ ਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤੇ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੀ ਉਤਾਰ ਨਿਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੀ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।